We are one of Australia's largest home builders, winning over 100 industry awards. With our upfront pricing and fixed price contracts, we are the best price guarantee. We provide our customers with high quality steel frame homes, solar hot waters, and the best premium Italian home appliances with over 17-month maintenance period. Our floor plans can be redesigned to suit your needs. We provide over 1500 customizable floor plans available online with pricing. So, jump on to Dixon Home website today or call us for more information. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਾਂ ਗੁਰਤੇਜ ਸਿੰਘ, ਤੁਸੀਂ ਦੇਖ ਰਹੇ ਹੋ ਕੌਮੀ ਆਵਾਜ਼। ਦਰਸ਼ਕੋ, ਇਹਨਾਂ ਦਿਨਾਂ ਦੇ ਵਿੱਚ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਜੈਨੋਸਾਈਡ ਸਕਾਲਰ ਦੀ ਇੱਕ ਕਾਨਫਰੰਸ ਚੱਲ ਰਹੀ ਆ ਸਪੇਨ ਦੇ ਵਿੱਚ। ਇਹ ਹਰ ਸਾਲ ਹੁੰਦੀ ਆ। ਇਸ ਦੇ ਵਿੱਚ ਦੁਨੀਆ ਭਰ ਦੇ ਵਿੱਚੋਂ ਜਿਹੜੇ ਐਕਟਿਵਿਸਟ ਨੇ ਜਾਂ ਸਕਾਲਰ ਨੇ ਉਹ ਭਾਗ ਲੈਂਦੇ ਨੇ। ਦੁਨੀਆ ਦੇ ਵੱਖ-ਵੱਖ ਖਿੱਤਿਆਂ ਦੇ ਵਿੱਚ ਜਿੱਥੇ ਜੈਨੋਸਾਈਡ ਪਿਛਲੇ ਸਮਿਆਂ ਦੇ ਵਿੱਚ ਹੋਇਆ ਹੈ ਉਸ ਦੇ ਉੱਤੇ ਵਿਚਾਰਾਂ ਕਰਦੇ ਨੇ, ਜਿੱਥੇ ਹੋ ਰਿਹਾ ਹੈ ਉਸ ਦੇ ਕਾਰਨ ਲੱਭਣ ਅਤੇ ਪਛਾਣਨ ਦੀ ਕੋਸ਼ਿਸ਼ ਕਰਦੇ ਨੇ। ਸਾਡੇ ਨਾਲ ਸਿੱਖ ਸਿਆਸਤ ਦੇ ਐਡੀਟਰ ਸਰਦਾਰ ਪਰਮਜੀਤ ਸਿੰਘ ਇਸ ਵਕਤ ਹਾਜ਼ਰ ਨੇ। ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇਸ ਕਾਨਫਰੰਸ ਦੇ ਵਿੱਚ ਹਿੱਸਾ ਲਿਆ ਹੈ। ਆਪਾਂ ਡਿਟੇਲ ਦੇ ਵਿੱਚ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਦਾ ਉਹਨਾਂ ਦਾ ਇਹ ਐਕਸਪੀਰੀਅੰਸ ਰਿਹਾ ਅਤੇ ਕੀ ਹੁੰਦੀ ਹੈ ਸਾਰੀ ਕਾਨਫਰੰਸ। ਸਰਦਾਰ ਪਰਮਜੀਤ ਸਿੰਘ ਜੀ, ਜੀਓ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਿਹਰਬਾਨੀ ਜੀ। ਸੋ ਜੋ ਇਹ ਜੈਨੋਸਾਈਡ ਸਕਾਲਰਸ ਇਕੱਠੇ ਹੁੰਦੇ ਨੇ, ਜੋ ਇਸ ਵਕਤ ਸਪੇਨ ਦੇ ਵਿੱਚੋਂ ਚੱਲ ਰਹੀ ਆ, ਭਾਵੇਂ ਕਿ ਉਹ ਵਰਚੁਅਲ ਤੌਰ ਦੇ ਉੱਤੇ ਤੁਸੀਂ ਉਹਦੇ ਹਿੱਸਾ ਲਿਆ ਹੈ, ਇਹ ਕਦੋਂ ਕੁ ਸ਼ੁਰੂ ਹੋਈ ਆ ਜਾਂ ਕਿਵੇਂ ਸਾਰਾ ਇਹਦਾ ਪ੍ਰਚਲਨ ਚੱਲਦਾ ਗਾ? ਦੇਖੋ, ਵੈਸੇ ਜੈਨੋਸਾਈਡ ਨੂੰ ਕੌਮਾਂਤਰੀ ਜੁਰਮ ਦੇ ਤੌਰ ਤੇ ਮਾਨਤਾ ਜਿਹੜੀ ਆ ਉਹ 1948 ਦੀ ਜੈਨੋਸਾਈਡ ਕਨਵੈਨਸ਼ਨ ਦੇ ਦੌਰਾਨ ਦੇ ਦਿੱਤੀ ਗਈ ਸੀਗੀ। ਔਰ ਇਹ ਮੰਨਿਆ ਗਿਆ ਸਭ ਤੋਂ ਸੰਗੀਨ ਜੁਰਮ ਹੈ ਜਿਹੜਾ ਇੰਟਰਨੈਸ਼ਨਲ ਲਾਅ ਦੇ ਵਿੱਚ ਉਹ ਜੈਨੋਸਾਈਡ ਦਾ ਮੰਨਿਆ ਜਾਂਦਾ ਹੈ ਕਿ ਕਿਸੇ ਵੀ ਸਮੂਹ ਨੂੰ ਖਤਮ ਕਰਨ ਦੀ ਮਨਸ਼ਾ ਦੇ ਨਾਲ ਜੋ ਪਰਿਭਾਸ਼ਾ ਦੇ ਵਿੱਚ ਹੈਗਾ ਜਿਹੜੇ ਵੀ ਐਕਟ ਨੇ ਉਹਨਾਂ ਨੂੰ ਪਰਫਾਰਮ ਕਰਨਾ ਜਾਂ ਉਹਨਾਂ ਨੂੰ ਮਾਰਨਾ ਜਾਂ ਉਹਨਾਂ ਦੀ ਕਤਲੋਗਾਰਤ ਜਿਹੜੀ ਹੈ ਉਹ ਕਰਨੀ। ਤੇ ਉਹਦੀ ਜਿਹੜੀ ਪੜਤਾਲ ਹੈ ਜਾਂ ਉਹਦੇ ਸੰਬੰਧੀ ਖੋਜ ਹੈ ਉਹ ਉਦੋਂ ਤੋਂ ਹੀ ਲੈ ਕੇ ਤਕਰੀਬਨ ਇੱਕ ਵੱਖਰੀ ਸਟਰੀਮ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਵਿਦਵਤਾ ਦੀ ਜਿਹੜੀ ਆ ਜੈਨੋਸਾਈਡ ਸਕਾਲਰਸ ਦੀ ਹੈਗੀ ਹੈ। ਜਿਹੜੀ ਇਹ ਸੰਸਥਾ ਆ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਜੈਨੋਸਾਈਡ ਸਕਾਲਰਸ, ਇਹ 1994 ਦੇ ਵਿੱਚ ਹੋਂਦ ਦੇ ਵਿੱਚ ਆਈ ਹੈ। ਜੋ ਇਹਨਾਂ ਦਾ ਮਨੋਰਥ ਇਹਨਾਂ ਨੇ ਆਪਣਾ ਦੱਸਿਆ ਹੋਇਆ ਉਸ ਦੇ ਮੁਤਾਬਕ ਇਹ ਹੈ ਕਿ ਜੈਨੋਸਾਈਡ ਦੇ ਉੱਪਰ ਜਿੰਨੀ ਵੀ ਤਰ੍ਹਾਂ ਦੀ ਅਕਾਦਮਿਕ ਖੋਜ ਹੈ ਜਾਂ ਜੋ ਵਰਤਾਰਾ ਵਾਪਰਿਆ ਉਹਦੀ ਪੜਤਾਲ ਕਰਨੀ, ਤੇ ਇੱਕ ਖਾਸ ਫੋਕਸ ਇਹ ਹੈਗਾ ਆ ਕਿ ਉਹਦੇ ਵਾਸਤੇ ਜਸਟਿਸ ਕਿਸ ਤਰ੍ਹਾਂ ਹੋਵੇ ਜਾਂ ਜੈਨੋਸਾਈਡ ਪ੍ਰੀਵੈਂਸ਼ਨ ਦੇ ਉੱਪਰ ਕਾਫੀ ਜ਼ਿਆਦਾ ਇਹਨਾਂ ਦਾ ਕੰਮ ਹੈਗਾ, ਜਿਹਦੇ 'ਚ ਇਹਨਾਂ ਨੇ ਕਈ ਤਰ੍ਹਾਂ ਦੇ ਮਾਡਲ ਜਿਹੜੇ ਆ ਉਹ ਡਿਵੈਲਪ ਕੀਤੇ ਆ, ਜਿਹਦੇ ਤੋਂ ਫਿਰ ਮਤਲਬ ਉਹ ਜੈਨੋਸਾਈਡ ਸਕਾਲਰ ਜਿਹੜੇ ਆ ਜਾਂ ਜੈਨੋਸਾਈਡ ਦੇ ਉੱਪਰ ਨਿਗਾਹ ਰੱਖਣ ਵਾਲੀਆਂ ਵੱਖ-ਵੱਖ ਸੰਸਥਾਵਾਂ ਨੇ ਉਹ ਫਿਰ ਅਲਰਟ ਜਾਰੀ ਕਰਦੇ ਆ। ਜੇਕਰ ਤੁਹਾਨੂੰ ਯਾਦ ਹੋਵੇ ਕਿ ਜਦੋਂ ਕਸ਼ਮੀਰ ਦੇ ਵਿੱਚ ਖਾਸ ਸਿਆਸੀ ਰੁਤਬਾ ਖਤਮ ਕੀਤਾ ਗਿਆ ਸੀ, ਉਦੋਂ ਜੈਨੋਸਾਈਡ ਵਾਚ ਦੇ ਵੱਲੋਂ ਜਿਹੜੀ ਕਿ ਗ੍ਰੈਗਰੀ ਐਚ ਸਟੈਂਟਨ ਜਿਹਦੇ ਫਾਊਂਡਰ ਹੈਗੇ ਆ ਉਹ ਇਸ ਐਸੋਸੀਏਸ਼ਨ ਦੇ ਵੀ ਮੈਂਬਰ ਨੇ, ਔਰ ਜਿਨ੍ਹਾਂ ਨੇ 10 ਸਟੇਜਿਸ ਆਫ ਜੈਨੋਸਾਈਡ ਦੀ ਜਿਹੜੀ ਥਿਊਰੀ ਹੈ ਉਹਨਾਂ ਦਾ ਥੀਸਿਸ ਕਾਫੀ ਮਕਬੂਲ ਹੋਇਆ। ਤਾਂ ਉਹਨਾਂ ਦੀ ਸੰਸਥਾ ਦੇ ਵੱਲੋਂ ਕਸ਼ਮੀਰ ਦੇ ਵਿੱਚ ਜੈਨੋਸਾਈਡ ਦਾ ਅਲਰਟ ਜਿਹੜਾ ਆ ਉਹ ਜਾਰੀ ਕੀਤਾ ਗਿਆ ਸੀਗਾ। ਫਿਰ ਉਹਦੇ ਆਧਾਰ ਦੇ ਉੱਪਰ ਵੱਖ-ਵੱਖ ਜਿਹੜੇ ਪੋਲੀਟੀਸ਼ੀਅਨ ਨੇ, ਦੁਨੀਆ ਭਰ ਦੇ ਸਿਆਸਤਦਾਨ ਹੈ ਜਾਂ ਡਿਪਲੋਮੈਟ ਹੈ, ਉਹਨਾਂ ਤੱਕ ਉਹ ਪਹੁੰਚ ਕਰਦੇ ਆ। ਸੋ ਪਰ ਉਹਨਾਂ ਸਾਰੇ ਇੱਕ ਅਮਲ ਜਿਹੜੇ ਇਸ ਤਰ੍ਹਾਂ ਵੱਖ-ਵੱਖ ਸੰਸਥਾਵਾਂ ਦੇ ਚੱਲਦੇ ਆ, ਉਹਦਾ ਇੱਕ ਆਪਾਂ ਕਹੀਏ ਵੀ ਕੋਲੈਬੋਰੇਸ਼ਨ ਜਾਂ ਇਕੱਠਾ ਜਿਹੜਾ ਆ ਉਹ ਇਹ ਜੈਨੋਸਾਈਡ ਸਕਾਲਰਸ ਦੀ ਜਿਹੜੀ ਕਾਨਫਰੰਸ ਆ ਇਹ ਹਰ 2 ਸਾਲ ਦੇ ਬਾਅਦ ਹੁੰਦੀ ਹੈ। ਇਸ ਸਾਲ ਯੂਨੀਵਰਸਿਟੀ ਆਫ ਬਾਰਸੀਲੋਨਾ ਜਿਹੜੀ ਕਿ ਸਪੇਨ ਦੇ ਵਿੱਚ ਆ ਉੱਥੇ ਹੋ ਰਹੀ ਹੈ। ਤੇ ਇਹ ਇੱਕ ਇੰਟਰਡਿਸਿਪਲਿਨਰੀ ਡਿਸਕਸ਼ਨ ਚਲਾਉਣ ਦੀ ਕੋਸ਼ਿਸ਼ ਕਰਦੇ ਆ, ਜਿਹਦੇ 'ਚ ਸਕਾਲਰਸ ਨੇ ਜਿਹੜੇ ਬਹੁਤ ਬਾਰੀਕੀ ਦੇ ਵਿੱਚ ਜਾ ਕੇ ਨੁਕਤਿਆਂ ਦੇ ਉੱਪਰ ਡਿਬੇਟ ਕਰਦੇ ਆ ਜਾਂ ਡਿਸਕਸ ਕਰਦੇ ਆ, ਜਾਂ ਉਸ ਤੋਂ ਇਲਾਵਾ ਜਿਹੜੇ ਜਿਊਰਿਸਟ ਨੇ ਜਿਹੜੇ ਕਾਨੂੰਨ ਦੇ ਪੱਖਾਂ ਨੂੰ ਦੱਸਦੇ ਆ, ਐਂਥਰੋਪੋਲੋਜਿਸਟਸ ਨੇ ਜਾਂ ਸੋਸ਼ੀਓਲੋਜਿਸਟ ਨੇ ਜਿਹੜੇ ਸਮਾਜ ਦੇ ਪੱਖਾਂ ਨੂੰ ਜ਼ਿਆਦਾ ਉਜਾਗਰ ਕਰਦੇ ਆ ਜਾਂ ਉਹ ਪਿੱਛੇ ਕੀ ਕੁਝ ਵਾਪਰਿਆ ਉਹਨਾਂ ਦੀ ਪੜਤਾਲ ਕਰਦੇ ਆ ਜਾਂ ਮਾਡਲ ਡਿਵੈਲਪ ਕਰਦੇ ਆ। ਫਿਰ ਇਹ ਐਕਟਿਵਿਸਟ ਨੂੰ ਵੀ ਵਿੱਚ ਸ਼ਾਮਲ ਕਰਦੇ ਆ ਜਾਂ ਜੈਨੋਸਾਈਡ ਸਰਵਾਈਵਰਸ ਨੂੰ ਵੀ ਸ਼ਾਮਲ ਕਰਦੇ ਆ, ਕਿਉਂਕਿ
ਜਿਹੜੇ ਐਕਟਿਵਿਸਟਾਂ ਨੇ ਗਰਾਊਂਡ ਦੇ ਉੱਪਰ ਕੰਮ ਕੀਤਾ ਹੁੰਦਾ, ਉਹ ਕਾਫੀ ਵਧੀਆ ਤਰੀਕੇ ਦੇ ਨਾਲ ਜੋ ਤੱਥ ਹੁੰਦੇ ਆ ਉਹ ਸਾਹਮਣੇ ਰੱਖ ਸਕਦੇ ਨੇ, ਜਿਨ੍ਹਾਂ ਨੂੰ ਜੀ ਫਿਰ ਅੱਗੇ ਉਹ ਸਕਾਲਰਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਕੇਸ ਸਟੱਡੀਜ਼ ਦੇ ਵਾਸਤੇ ਉਹਦੇ ਵਿੱਚੋਂ ਮਟੀਰੀਅਲ ਜਿਹੜਾ ਆ ਉਹ ਮਿਲਦਾ ਆ, ਤੇ ਉਹ ਫਿਰ ਉਹਦੇ ਉੱਪਰ ਆਪਣੇ ਪ੍ਰੋਜੈਕਟ ਕਰਕੇ ਅੱਗੇ ਬਾਰੀਕੀ ਦੇ ਵਿੱਚ ਜਾਂ ਡੂੰਘਾਈ ਦੇ ਵਿੱਚ ਚੀਜ਼ਾਂ ਨੂੰ ਸਾਹਮਣੇ ਲੈ ਕੇ ਆਉਂਦੇ ਆ। ਤੇ ਇਹ ਜਿਹੜੀ ਕਾਨਫਰੰਸ ਆ ਇਸ ਸਾਲ ਮਤਲਬ ਕੋਵਿਡ ਦੇ ਕਾਰਨ ਜ਼ਿਆਦਾ ਜਿਹੜੀ ਆ ਉਹ ਵਿਰਚੁਅਲ ਰੂਮਸ ਦੇ ਵਿੱਚ ਹੀ ਹੋ ਰਹੀ ਸੀਗੀ। ਜੀ ਤੇ ਇੰਗਲੈਂਡ ਤੋਂ ਇੱਕ ਸੰਸਥਾ ਹੈਗੀ ਆ ਤਾਰਨ, ਜਿਹੜੇ ਕਿ ਜੋ ਝੂਠੇ ਪੁਲਿਸ ਮੁਕਾਬਲੇ ਪੰਜਾਬ ਦੇ ਵਿੱਚ ਵਾਪਰੇ ਜਾਂ ਜਿਹੜੀ ਸਿੱਖ ਨਸਲਕੁਸ਼ੀ ਹੋਈ, ਵੀ ਉਹਦੀਆਂ ਜਿਹੜੀਆਂ ਬੀਬੀਆਂ ਸਰਵਾਈਵਰਸ ਨੇ ਜਾਂ ਵਿਧਵਾਵਾਂ ਨੇ, ਬਜ਼ੁਰਗ, ਲਗਭਗ 1990ਵਿਆਂ ਦੇ ਅਖੀਰ ਤੋਂ ਉਹਨਾਂ ਨੇ ਉਹਨਾਂ ਦੀ ਮੈਡੀਕਲ ਤੇ ਉਹਨਾਂ ਦੀ ਸਾਈਕੋਲੋਜੀਕਲ ਸਪੋਰਟ ਦੇ ਵਾਸਤੇ ਕੀਤਾ ਕਿ ਉਹਨਾਂ ਨੂੰ ਜਿਹੜੀਆਂ ਬਿਮਾਰੀਆਂ ਹੁੰਦੀਆਂ ਸੀਗੀਆਂ ਜਾਂ ਜੋ ਵੀ ਟਰੋਮਾ ਦੇ ਵਿੱਚੋਂ ਲੰਘੇ ਸੀਗੇ, ਵੀ ਇਕੱਲੀ ਉਹਨਾਂ ਦੀ ਸਿਹਤ ਦਾ ਖਿਆਲ ਹੀ ਨਹੀਂ, ਉਹਨਾਂ ਦੇ ਇਲਾਜ ਕਰਵਾਉਣੇ ਜਾਂ ਹੋਰ, ਉਹਦੇ ਵਿੱਚ ਉਹ ਸੰਸਥਾ ਨੇ ਕਾਫੀ ਦਹਾਕਾ ਭਰ ਦੇ ਕਰੀਬ ਗਰਾਊਂਡ ਲੈਵਲ ਦੇ ਉੱਪਰ ਇੰਪੈਕਟਫੁਲੀ ਕੰਮ ਕੀਤਾ ਸੀਗਾ। ਸੋ ਉਹਨਾਂ ਦੇ ਜਿਹੜੇ ਡਾਇਰੈਕਟਰ ਨੇ ਸਿਮਰਜੀਤ ਕੌਰ, ਉਹ ਪਿਛਲੀ ਵਾਰ ਇਸ ਕਾਨਫਰੰਸ ਦੇ ਵਿੱਚ ਜਦੋਂ ਕੰਬੋਡੀਆ ਦੇ ਵਿੱਚ ਹੋਈ ਸੀ 2 ਸਾਲ ਪਹਿਲਾਂ, ਤਾਂ ਉੱਥੇ ਉਹ ਸ਼ਾਮਲ ਹੋਏ ਸੀਗੇ। ਤੇ ਇਸ ਵਾਰ ਫਿਰ ਉਹਨਾਂ ਨੇ ਉਦਮ ਕੀਤਾ, ਤਾਂ ਇਸ ਵਾਰ ਇਹ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਕਿ ਇਸ ਕਾਨਫਰੰਸ ਦੇ ਵਿੱਚ ਇੱਕ ਜਿਹੜਾ ਪੂਰਾ ਪੈਨਲ ਹੈ 90 ਮਿੰਟਸ ਦਾ, ਉਹ ਪੰਜਾਬ ਦੇ ਉੱਪਰ ਹੀ ਸੀਗਾ, ਜਿਹਦੇ ਵਿੱਚ ਪੰਜਾਬ ਦੇ ਵਿੱਚ ਹੋਏ ਮਨੁੱਖੀ ਹੱਕਾਂ ਦੇ ਘਾਣ ਤੇ ਸਿੱਖ ਨਸਲਕੁਸ਼ੀ ਦੇ ਸੰਬੰਧ ਦੇ ਵਿੱਚ ਹੀ ਗੱਲਬਾਤ ਜਿਹੜੀ ਆ ਉਹ ਕੀਤੀ ਗਈ ਹੈ। ਇਹ ਪਹਿਲੀ ਵਾਰ ਹੋਇਆ ਕਿ ਇਸ ਤਰ੍ਹਾਂ ਦੇ ਕੌਮਾਂਤਰੀ ਮੰਚ ਦੇ ਉੱਪਰ ਸਿੱਖ ਨਸਲਕੁਸ਼ੀ ਦਾ ਮਸਲਾ ਡਿਸਕਸ ਕੀਤਾ ਗਿਆ ਹੋਵੇ। ਜੀ ਬਹੁਤ ਤੁਸੀਂ ਸੋਹਣੇ ਤਰੀਕੇ ਦੇ ਨਾਲ ਇਸ ਦੀ ਜਾਣਕਾਰੀ ਦਿੱਤੀ ਆ। ਤੁਸੀਂ ਇਸ ਦੇ ਵਿੱਚ ਕਿਹੜੇ ਦਿਨ ਹਿੱਸਾ ਲਿਆ, ਕਿੰਨੇ ਸਮੇਂ ਦੇ ਲਈ ਤੁਸੀਂ ਹਿੱਸਾ ਲਿਆ, ਜਾਂ ਤੁਹਾਨੂੰ ਕਿਹੋ ਜਿਹੇ ਸਵਾਲ ਆਏ, ਜੇਕਰ ਇੱਥੇ ਸਵਾਲਾਂ ਜਵਾਬਾਂ ਦਾ ਕੋਈ ਸੈਸ਼ਨ ਸੀ, ਤੁਹਾਡਾ ਕਿਹੋ ਜਿਹਾ ਤਜਰਬਾ ਰਿਹਾ ਇਹਦੇ ਵਿੱਚ ਹਿੱਸਾ ਲੈਣ? ਜੀ ਇਹ 18 ਜੁਲਾਈ ਨੂੰ ਸ਼ੁਰੂ ਹੋਈ ਸੀ ਕਾਨਫਰੰਸ, ਤੇ ਅੱਜ ਮਤਲਬ 23 ਜੁਲਾਈ ਨੂੰ ਇਹਦੀ ਜਿਹੜੀ ਆ ਉਹ ਸਮਾਪਤੀ ਹੋਈ ਹੈ। ਤੇ ਇਹਦੇ ਦੌਰਾਨ 21 ਜੁਲਾਈ ਨੂੰ ਜਿਹੜਾ ਪਹਿਲਾ ਸੈਸ਼ਨ ਸੀਗਾ, ਉਹਦੇ ਵਿੱਚ ਇੱਕ ਸੈਸ਼ਨ ਦੇ ਵਿੱਚ 4 ਰੂਮ ਹੁੰਦੇ ਆ, ਮਤਲਬ ਇੱਕੋ ਮੌਕੇ ਦੇ ਉੱਪਰ 4 ਡਿਸਕਸ਼ਨਸ ਜਿਹੜੀਆਂ ਨੇ ਉਹ ਚੱਲ ਰਹੀਆਂ ਹੁੰਦੀਆਂ ਨੇ। ਸੋ ਉਹਦੇ ਵਿੱਚ ਜਿਹੜਾ ਵਿਰਚੁਅਲ ਰੂਮ ਨੰਬਰ 4 ਸੀਗਾ, ਉਹਦੇ ਵਿੱਚ ਹੰਟ ਫॉर ਦਾ ਮਿਸਿੰਗ ਇਨਫੋਰਸਡ ਡਿਸਅਪੀਅਰੈਂਸਿਸ ਇਨ ਪੰਜਾਬ ਬਾਏ ਇੰਡੀਅਨ ਸਟੇਟ, ਇਸ ਸਿਰਲੇਖ ਦੇ ਹੇਠ ਪੈਨਲ ਜਿਹੜਾ ਆ ਉਹ ਜੁੜਿਆ ਸੀ। ਔਰ ਉਸ ਪੈਨਲ ਦੀ ਜਿਹੜੇ ਚੇਅਰ ਸੀਗੇ ਉਹ ਟਿਮੋਥੀ ਵਿਲੀਅਮਸ ਸੀਗੇ, ਜਿਹੜੇ ਕਿ ਮਿਊਨਿਕ ਦੇ ਵਿੱਚ ਇੱਕ ਜਰਮਨੀ ਦੇ ਵਿੱਚ ਇੱਕ ਯੂਨੀਵਰਸਿਟੀ ਆ, ਉਹਦੇ ਵਿੱਚ ਪ੍ਰੋਫੈਸਰ ਨੇ, ਉਹ ਇਨਸਿਕਿਉਰਿਟੀ ਦੇ ਵਿਸ਼ੇ ਦੇ ਉੱਪਰ। ਤੇ ਉਹਨਾਂ ਦੇ ਵੱਲੋਂ ਇਸ ਪੈਨਲ ਦੀ ਜਿਹੜੀ ਆ ਉਹ ਪ੍ਰਧਾਨਗੀ ਕੀਤੀ ਗਈ ਸੀ। 5 ਬੁਲਾਰੇ ਦੇ ਵਿੱਚ ਸੀਗੇ। ਇੱਕ ਤਾਂ ਜਿਸ ਤਰ੍ਹਾਂ ਮੈਂ ਦੱਸਿਆ ਕਿ ਸਿਮਰਜੀਤ ਕੌਰ ਸੀਗੇ, ਦੂਸਰਾ ਜਿਹੜੀ ਪੰਜਾਬ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ ਹੈ, ਸਤਨਾਮ ਸਿੰਘ ਬੈਂਸ, ਜਿਹੜੇ ਕਿ ਇੰਗਲੈਂਡ ਤੋਂ ਬੈਰਿਸਟਰ ਨੇ। ਤੁਹਾਡੇ ਧਿਆਨ 'ਚ ਹੋਊਗਾ ਕਿ 8200 ਦੇ ਕਰੀਬ ਜਿਹੜੇ ਮਾਮਲੇ ਆ ਉਹ ਉਹਨਾਂ ਨੇ ਜਿਹੜੇ ਸਿੰਘਾਂ ਨੂੰ ਲਾਪਤਾ ਕੀਤਾ ਗਿਆ ਸੀ, ਉਹਨਾਂ ਦੇ ਕੇਸ ਇਕੱਤਰ ਕੀਤੇ ਆ, ਉਹ ਲੈ ਕੇ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਵੀ ਗਏ ਸੀ। ਹੁਣ ਉਹਨਾਂ ਨੇ ਹਾਈ ਕੋਰਟ ਦੇ ਵਿੱਚ, ਜਿਹੜੀ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਲੈ ਕੇ ਜਾਓ, ਤਾਂ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਪਟੀਸ਼ਨ ਜਿਹੜੀ ਆ ਉਹ ਪਾਈ ਹੋਈ ਹੈ। ਸੋ ਉਸ ਸੰਸਥਾ ਨਾਲ ਸੰਬੰਧਿਤ 2 ਜਾਣੇ ਸਨ, ਜਗਜੀਤ ਸਿੰਘ ਬਾਜਵਾ ਤੇ ਸਰਦਾਰ ਬਲਜਿੰਦਰ ਸਿੰਘ ਬਾਜਵਾ। ਤੇ ਉਸ ਤੋਂ ਇਲਾਵਾ ਕੈਨੇਡਾ ਤੋਂ ਇੱਕ ਨੌਜਵਾਨ ਵਿਦਿਆਰਥੀ ਨੇ ਜਿਹੜੇ ਜੈਨੋਸਾਈਡ ਸਟੱਡੀਜ਼ ਦੇ ਵਿੱਚ ਇੰਟਰਸਟ ਰੱਖਦੇ ਆ, ਦਲਸ਼ੇਰ ਸਿੰਘ, ਉਹ ਸੀ। ਤੇ 5ਵੇਂ ਪੈਨਲਿਸਟ ਦੇ ਤੌਰ ਦੇ ਉੱਪਰ ਪੰਜਾਬ ਦੇ ਵਿੱਚੋਂ ਮੈਂ ਜਿਹੜੀ ਸ਼ਮੂਲੀਅਤ ਉਹ ਕੀਤੀ ਸੀਗੀ। ਸੋ ਇਹਦੇ ਉੱਪਰ ਜਿਹੜੇ ਵਿਸ਼ੇ ਸੀਗੇ ਉਸ ਸੰਬੰਧ ਦੇ ਵਿੱਚ ਸਭ ਤੋਂ ਪਹਿਲਾਂ ਦਲਸ਼ੇਰ ਸਿੰਘ ਹੋਣਾ ਨੇ ਸਿੱਖਾਂ ਦੇ ਬਾਰੇ ਦੇ ਵਿੱਚ ਬਹੁਤ ਹੀ ਸੰਖੇਪ ਦੇ ਵਿੱਚ ਇੰਟਰੋਡਕਸ਼ਨ ਕਰਾਈ, ਤੇ ਉਹਨਾਂ ਨੇ ਜੂਨ 1984 ਤੇ ਨਵੰਬਰ 1984 ਦੇ ਜਿਹੜੇ ਤੱਥ ਸੀਗੇ ਉਹ ਇੱਕ ਪ੍ਰੈਜੈਂਟੇਸ਼ਨ ਉਹਨਾਂ ਨੇ ਕੀਤੀ, ਜਿਹਦੇ ਵਿੱਚ ਨਾਲ ਕੁਝ ਗ੍ਰਾਫਿਕ ਸੀਗੇ ਤੇ ਮੁੱਢਲੀ ਜਾਣਕਾਰੀ ਜਿਹੜੀ ਸੀਗੀ ਇਸ ਸੰਬੰਧ ਦੇ ਵਿੱਚ। ਇਕੱਲੀ ਜਾਣਕਾਰੀ ਨਹੀਂ, ਉਹਦਾ ਇੱਕ ਸੰਦਰਭ ਵੀ ਜਿਹੜਾ ਸੀਗਾ ਉਹ ਸਾਰੇ ਜਿੰਨੇ ਵੀ ਸਕਾਲਰ ਉਸ ਸਮੇਂ ਇਸ ਕਾਨਫਰੰਸ ਨੂੰ ਸੁਣ ਰਹੇ ਸੀਗੇ ਉਹਨਾਂ ਦੇ ਸਾਹਮਣੇ ਰੱਖਿਆ। ਤੇ ਬਹੁਤ ਆਪਾਂ ਕਹੀਏ ਕਿ ਬਿਲਕੁਲ ਸੰਖੇਪ ਦੇ ਵਿੱਚ ਉਹਨੀ ਅਖੀਰ ਦੇ ਵਿੱਚ ਜਿਹੜਾ ਪੰਜਾਬ 'ਚ ਮਨੁੱਖੀ ਹੱਕਾਂ ਦਾ ਘਾਣ ਹੋਇਆ ਉਹਦਾ ਜ਼ਿਕਰ ਕੀਤਾ। ਤੇ ਉਹਨਾਂ ਨੇ ਵੀ ਇਹ ਗੱਲ ਕਹਿ ਦਿੱਤੀ ਸੀਗੀ ਕਿ ਇਸ ਬਾਰੇ ਦੇ ਵਿੱਚ ਜਿਹੜੇ PDEP ਵਾਲੇ ਸੱਜਣ ਨੇ ਉਹ ਵੀ ਦੋਵੇਂ ਪੰਜਾਬ ਤੋਂ ਹੀ ਸੀਗੇ, ਕਿ ਉਹ ਇਸ ਮਾਮਲੇ ਦੇ ਵਿੱਚ ਵਿਸਤਾਰ 'ਚ ਜਾਣਕਾਰੀ ਦੇਣਗੇ। ਉਸ ਤੋਂ ਬਾਅਦ ਦੇ ਵਿੱਚ ਸਰਦਾਰ ਜਗਜੀਤ ਸਿੰਘ ਹੋਣਾ ਨੇ ਸੰਬੋਧਨ ਕੀਤਾ। ਉਹਨਾਂ ਨੇ ਖਾਲੜਾ ਸਾਹਿਬ ਦਾ ਜਿਹੜਾ ਕੰਮ ਸੀਗਾ ਉਹਦਾ ਜ਼ਿਕਰ ਸੰਖੇਪ ਦੇ ਵਿੱਚ ਕਰਕੇ, ਤੇ ਫਿਰ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਕੰਮ ਨੂੰ ਅੱਗੇ ਤੋਰਨ ਦੇ ਵਾਸਤੇ ਜਿਹੜੀ ਪੰਜਾਬ
ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ ਸੀਗਾ PDAP, ਵੀ ਉਹਦੇ ਵੱਲੋਂ ਕਿਸ ਤਰ੍ਹਾਂ ਦੇ ਨਾਲ ਕੰਮ ਜਿਹੜਾ ਆ ਉਹ ਕੀਤਾ ਗਿਆ, ਔਰ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਮਾਮਲੇ ਇਹਦੇ ਵਿੱਚ ਸਾਹਮਣੇ ਆਏ ਨੇ, ਕੀ ਉਹਨਾਂ ਨੂੰ ਦਿੱਕਤਾਂ ਇਹ ਸਾਰੇ ਅੰਕੜੇ ਇਕੱਠੇ ਕਰਨ ਦੇ ਵਿੱਚ ਆਈਆਂ, ਕੀ ਉਹ ਕਾਨੂੰਨੀ ਕਾਰਵਾਈ, ਜਿਸ ਤਰ੍ਹਾਂ ਮੈਂ ਦੱਸਿਆ ਕਿ ਉਹ ਸੁਪਰੀਮ ਕੋਰਟ ਦੇ ਵਿੱਚ ਲੈ ਕੇ ਗਏ ਸੀ ਮਾਮਲਾ, ਸੁਪਰੀਮ ਕੋਰਟ ਨੇ ਕਹਿਤਾ ਹਾਈ ਕੋਰਟ ਦੇ ਵਿੱਚ ਲੈ ਕੇ ਜਾਓ। ਉਹਨਾਂ ਨੇ ਦੱਸਿਆ ਕਿ ਸਾਰਾ ਡਾਕੂਮੈਂਟੇਸ਼ਨ ਦਾ ਕੰਮ ਜਿਹੜਾ ਆ ਇਹ ਕਿਸ ਤਰੀਕੇ ਦੇ ਨਾਲ ਹੋ ਰਿਹਾ ਤੇ ਕੀ ਸਮੱਸਿਆਵਾਂ ਜਿਹੜੀਆਂ ਨੇ ਉਹ ਆ ਰਹੀਆਂ ਨੇ। ਉਸ ਤੋਂ ਬਾਅਦ ਦੇ ਵਿੱਚ ਬਲਜਿੰਦਰ ਸਿੰਘ ਉਹਨਾਂ ਨੇ ਸੰਬੋਧਨ ਕੀਤਾ ਤੇ ਉਹਨਾਂ ਨੇ ਜ਼ਿਆਦਾ ਜਿਹੜਾ ਆ ਉਹ 94 ਕੇਸ ਸੀਗੇ ਜਿਹੜੇ ਐਟਰੋਸਿਟੀਜ਼ ਦੇ, ਉਹ ਪੇਸ਼ ਕੀਤੇ। ਉਹਨਾਂ ਨੇ ਆਪਣੇ ਮਾਮਲੇ ਦੇ ਬਾਰੇ ਦੇ ਵਿੱਚ ਵੀ ਦੱਸਿਆ ਕਿ ਉਹਨਾਂ ਦੇ ਪਰਿਵਾਰ ਦੇ ਨਾਲ ਕਿਸ ਤਰ੍ਹਾਂ ਵਾਪਰੀ ਸੀ। ਫਿਰ ਉਹਨਾਂ ਨੇ ਕਾਫੀ ਸਾਰੇ ਕੇਸ ਜਿਹੜੇ ਆ ਉਹ ਵਿਸਤਾਰ ਦੇ ਵਿੱਚ ਦੱਸੇ ਕਿ ਕਿਸ ਤਰ੍ਹਾਂ ਹਿਊਮਨ ਰਾਈਟਸ ਐਕਟਿਵਿਸਟ ਨੂੰ ਟਾਰਗੇਟ ਕੀਤਾ ਗਿਆ। ਜ਼ਾਹਰ ਜੀ ਗੱਲ ਹੈ ਸ਼ਹੀਦ ਜਸਵੰਤ ਸਿੰਘ ਖਾਲੜਾ ਦਾ ਜ਼ਿਕਰ ਸੀ, ਉਸ ਤੋਂ ਇਲਾਵਾ ਹੋਰਨਾਂ ਵਕੀਲ ਸਾਹਿਬਾਨ ਦਾ ਸੀਗਾ। ਤੇ ਫਿਰ ਉਹਨਾਂ ਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਬਹੁਤ ਥੋੜੇ ਮਾਮਲੇ ਜਿਹੜੇ ਸੀਗੇ ਜਿਨ੍ਹਾਂ ਬਾਰੇ ਕਾਨੂੰਨੀ ਕਾਰਵਾਈ ਸ਼ੁਰੂ ਹੋਈ, ਅਦਾਲਤੀ ਪ੍ਰਕਿਰਿਆ ਕਿਸ ਤਰੀਕੇ ਦੇ ਨਾਲ ਲਮਕਦੀ ਰਹੀ ਹੈ, ਤੇ ਕਿੰਨੇ ਮਾਪੇ ਉਹਨਾਂ ਨੇ ਨਾਂ ਲੈ ਲੈ ਕੇ ਦੱਸਿਆ ਕਿ ਜਿਨ੍ਹਾਂ ਨੇ ਕਰੀਬ 3-3 ਦਹਾਕੇ ਅਦਾਲਤਾਂ ਦੇ ਵਿੱਚ ਕੇਸ ਲੜਿਆ ਹਿੰਦੁਸਤਾਨ ਦੀਆਂ ਦੇ ਵਿੱਚ, ਪਰ ਉਹ ਅਖੀਰੀ ਇਸ ਜਹਾਨੋਂ ਤੁਰ ਗਏ। ਉਹ ਮਾਪੇ ਜਿਹੜੇ ਬਿਰਧ ਸੀਗੇ, ਇਨਸਾਫ ਹੋਇਆ ਦੇਖਣ ਦੇ ਲਈ ਜਾਂ ਅਦਾਲਤੀ ਫੈਸਲਾ ਆਇਆ ਉਡੀਕਣ ਦੇ ਵਾਸਤੇ, ਪਰ ਉਹ ਮਾਮਲੇ ਜਿਹੜੇ ਨੇ ਉਹ ਅਜੇ ਵੀ ਅਦਾਲਤਾਂ ਦੇ ਵਿੱਚ ਲਮਕਦੇ ਆ ਰਹੇ ਆ। ਤੇ ਉਸ ਤੋਂ ਬਾਅਦ ਦੇ ਵਿੱਚ ਸਿਮਰਜੀਤ ਕੌਰ ਹੋਣਾ ਨੇ ਆਪਣਾ ਸੰਬੋਧਨ ਕੀਤਾ, ਜਿਹਦੇ ਵਿੱਚ ਉਹਨਾਂ ਨੇ ਜੋ ਉਹਨਾਂ ਦਾ ਇੱਕ ਪ੍ਰੋਜੈਕਟ ਸੀਗਾ ਬਿਰਧ ਮਾਈਆਂ ਦੇ ਜਾਂ ਵਿਡੋਜ਼ ਦੇ ਸੰਬੰਧ ਦੇ ਵਿੱਚ, ਉਹਦਾ ਦੱਸਿਆ ਕਿ ਕਿਸ ਤਰ੍ਹਾਂ ਦੇ ਟੌਰਚਰ ਉਹਨਾਂ ਨੇ ਝੱਲੇ, ਕੀ ਕੁਝ ਉਹਨਾਂ ਦੇ ਪਰਿਵਾਰਾਂ ਦੇ ਨਾਲ ਵਾਪਰਿਆ ਸੀਗਾ, ਔਰ ਕਿਸ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਕਿ ਇੱਕ ਤਸ਼ੱਦਦ ਦਾ ਜਿਹੜਾ ਇੱਕ ਟਰੌਮਾ ਹੁੰਦਾ ਆ, ਵੀ ਉਹਨੂੰ ਕਿਸ ਤਰ੍ਹਾਂ ਉਹਦੇ ਤੋਂ ਉਹ ਲੰਘੇ। ਕਿਸੇ ਤਰ੍ਹਾਂ ਦੀ ਕੋਈ ਸਾਈਕੋਲੋਜੀਕਲ ਸਪੋਰਟ ਨਹੀਂ ਸੀਗੀ, ਪਰਿਵਾਰਾਂ ਦੇ ਵਿੱਚ ਕੋਈ ਸਾਰ ਲੈਣ ਵਾਲਾ ਪਿੱਛੇ ਨਹੀਂ ਸੀ ਬਚਿਆ। ਮਤਲਬ ਇੱਕ ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਆ ਕਿ ਆਮ ਜਿਸ ਤਰ੍ਹਾਂ ਅਸੀਂ ਵੀ ਜਦੋਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਦੌਰਾਨ ਕੁਝ ਪਰਿਵਾਰਾਂ ਨੂੰ ਜਾ ਕੇ ਮਿਲੀਦਾ ਸੀਗਾ, ਤੇ ਇੱਕ ਥਾਂ ਦੇ ਉੱਪਰ ਇਸ ਤਰ੍ਹਾਂ ਵੀ ਹੋਇਆ ਕਿ ਜਦੋਂ ਫੈਡਰੇਸ਼ਨ ਵਾਲੇ ਸਿੰਘ ਗਏ ਉਹਨਾਂ ਪਰਿਵਾਰਾਂ, ਸ਼ਹੀਦ ਪਰਿਵਾਰਾਂ ਨੂੰ ਮਿਲਣ ਦੇ ਵਾਸਤੇ, ਉਹਨਾਂ ਦੇ ਮੁੰਡੇ ਨੇ, ਇਹ ਗੱਲ 2000 ਦੇ ਕਰੀਬ ਦੀ ਹੈ, 2001 ਦੇ ਕਰੀਬ ਦੀ ਗੁਰਤੇਜ ਸੀ, ਜਦੋਂ ਜਾ ਕੇ ਗੱਡੀ ਰੁਕੀ ਉਹਨਾਂ ਨੇ ਦੇਖਿਆ ਵੀ ਬੂਹੇ ਦੇ ਅੱਗੇ ਗੱਡੀ ਰੁਕੀ ਆ ਤੇ ਬੰਦੇ ਉਤਰੇ ਆ। ਉਹਨੇ ਇਹ ਵੀ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕੌਣ ਨੇ, ਉਹਨਾਂ ਦਾ ਮੁੰਡਾ ਕੰਧ ਟੱਪ ਕੇ ਭੱਜ ਗਿਆ ਜੀ। ਉਹ ਜਦੋਂ ਗਏ ਉਹਨਾਂ ਦੇ ਨਾਲ ਜਾ ਕੇ ਗੱਲ ਕੀਤੀ, ਕੁਛ ਲੋਕਲ ਬੰਦਿਆਂ ਨੂੰ ਨਾਲ ਲੈ ਕੇ ਗਏ ਸੀ, ਜਦੋਂ ਉਹਨਾਂ ਨੂੰ ਭਰੋਸਾ ਹੋਇਆ ਫਿਰ ਉਹਨਾਂ ਨੇ ਉਹ ਮੁੰਡਾ ਵਾਪਸ ਬੁਲਾਇਆ। ਔਰ ਇਹ ਗੱਲ ਮਤਲਬ ਤੁਸੀਂ ਸਮਝ ਲਓ ਕਿ 93 ਤੱਕ ਜੇ ਆਪਾਂ ਮੰਨਦੇ ਹਾਂ ਕਿ ਤਸ਼ੱਦਦ ਦਾ ਭਾਰੀ ਦੌਰ ਰਿਹਾ ਸੀਗਾ, ਉਸ ਤੋਂ ਲਗਭਗ 7-8 ਸਾਲ ਬਾਅਦ ਤੱਕ ਵੀ ਇਸ ਤਰ੍ਹਾਂ ਉਹਨਾਂ ਦੇ ਨਾਲ ਵਾਪਰ ਰਿਹਾ ਸੀ। ਉਹ ਇਸੇ ਤਰ੍ਹਾਂ ਹੀ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਸਬਕੌਂਸ਼ੀਅਸਲੀ ਉਹਨਾਂ ਦੇ ਮਨਾਂ ਦੇ ਵਿੱਚ ਗੱਲਾਂ ਬੈਠ ਗਈਆਂ ਸੀਗੀਆਂ ਕਿ ਜੇਕਰ ਤੁਹਾਡੇ ਦਰਵਾਜ਼ੇ ਤੇ ਗੱਡੀ ਰੁਕਦੀ ਹੈ ਤਾਂ ਮਤਲਬ ਵੀ ਇਹ ਇੱਕ ਖਤਰੇ ਵਾਲੀ ਗੱਲ ਹੈਗੀ ਹੈ। ਸੋ ਇਸ ਤਰ੍ਹਾਂ ਦੇ ਕਾਫੀ ਜ਼ਿਆਦਾ ਉਹਨਾਂ ਨੇ ਮਤਲਬ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਬੇਸ਼ੱਕ ਬੋਲ ਕੇ ਦੱਸਿਆ, ਪਰ ਬੜੇ ਗ੍ਰਾਫਿਕਲ ਅਕਾਊਂਟ ਜਿਹੜੇ ਸੀਗੇ ਐਟਰੋਸਿਟੀ ਦੇ ਉਹ ਸਾਂਝੇ ਕੀਤੇ। ਤੇ ਜਿਹੜਾ ਖਾਸ ਤੌਰ ਦੇ ਉੱਪਰ ਇੱਕ ਪੀਪਲਜ਼ ਕਮਿਸ਼ਨ ਜਸਟਿਸ ਕੁਲਦੀਪ ਸਿੰਘ ਦੀ ਅਗਵਾਈ ਦੇ ਵਿੱਚ 90ਵਿਆਂ ਦੇ ਅਖੀਰ ਦੇ ਵਿੱਚ ਬਣਿਆ ਸੀਗਾ ਜੀ, ਜਿਨੀ ਇਹ ਸਾਰੇ ਘਾਣ ਦੇ ਤੱਥ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਸੀ। 2-3 ਦਿਨ ਸੁਣਵਾਈ ਵੀ ਉਹਦੀ ਜਿਹੜੀ ਆ ਉਹ ਚੰਡੀਗੜ੍ਹ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਚੱਲੀ ਸੀਗੀ, ਪਰ ਬਾਅਦ ਦੇ ਵਿੱਚ ਉਹਦੇ ਉੱਪਰ ਹਾਈ ਕੋਰਟ ਨੇ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਰੋਕ ਲਾ ਦਿੱਤੀ ਸੀ। ਉਹਦਾ ਵੀ ਜ਼ਿਕਰ ਸਿਮਰਜੀਤ ਕੌਰ ਹੋਣਾ ਨੇ ਕੀਤਾ, ਔਰ ਉਹਨਾਂ ਨੇ ਕਿਹਾ ਕਿ ਕਿਸੇ ਤਰ੍ਹਾਂ ਦਾ ਵੀ ਫੈਕਟ ਫਾਈਂਡਿੰਗ ਟ੍ਰਿਬਿਊਨਲ ਜਾਂ ਕਮਿਸ਼ਨ ਜਿਹੜਾ ਆ, ਚਾਹੇ ਉਹ ਤੱਥ ਹੀ ਇਕੱਠੇ ਕਰੇ, ਚਾਹੇ ਇਸ ਗੱਲ ਨੂੰ ਤਸਲੀਮ ਕਰੇ, ਜੇ ਹੋ ਸਕਦਾ ਤਾਂ ਟਰਾਇਲ ਚਲਾ ਸਕਦੇ ਹੋਣ, ਕਿ ਉਹਦੇ ਵਾਸਤੇ ਕਿਸੇ ਵੀ ਤਰ੍ਹਾਂ ਦਾ ਜੇਕਰ ਕੋਈ ਉਦਮ ਹੋ ਸਕਦਾ, ਉਹਦਾ ਵੀ ਜ਼ਿਕਰ ਉਹਨਾਂ ਨੇ ਕੀਤਾ। ਤੇ ਉਸ ਤੋਂ ਬਾਅਦ ਦੇ ਵਿੱਚ ਕਿਉਂਕਿ ਇਹਦਾ ਪੈਟਰਨ ਇਹ ਸਾਰੀ ਡਿਸਕਸ਼ਨ ਦਾ ਇਹ ਸੀਗਾ ਕਿ ਪਹਿਲਾਂ ਬੁਲਾਰੇ ਬੋਲਣਗੇ, ਉਸ ਤੋਂ ਬਾਅਦ ਦੇ ਵਿੱਚ ਸਵਾਲ ਜਵਾਬ ਹੋਣਗੇ, ਤਾਂ ਅਖੀਰੀ ਜਿਹੜਾ ਸੀ ਉਹ ਮੇਰਾ ਪਰਚਾ ਸੀਗਾ, ਉਹਦੇ ਵਿੱਚ ਆਪਾਂ 2-3 ਪੱਖਾਂ ਦੇ ਉੱਪਰ ਅਹਿਮ ਰੂਪ ਦੇ ਉੱਪਰ ਗੱਲ ਕੀਤੀ। ਇੱਕ ਤਾਂ ਗੁਰਤੇਜ ਸਿੰਘ ਜੀ ਜਿਹੜਾ ਨਸਲਕੁਸ਼ੀ ਜਾਂ ਜੈਨੋਸਾਈਡ ਆ ਤੇ ਕ੍ਰਾਈਮ ਅਗੇਂਸਟ ਹਿਊਮੈਨਿਟੀ ਦੇ ਇਹ ਕੌਮਾਂਤਰੀ ਜੁਰਮ ਹੈਗੇ ਆ, ਉਹਨਾਂ ਦਾ ਭਾਰਤੀ ਕਾਨੂੰਨ ਦੇ ਪੱਖ ਤੋਂ ਮਤਲਬ ਕੀ ਸਥਿਤੀ ਆ ਉਹਨੂੰ ਆਪਾਂ ਐਕਸਪਲੇਨ ਕੀਤਾ। ਔਰ ਇਹ ਗੱਲ ਉੱਥੇ ਦੱਸੀ ਕਿ ਇੰਡੀਆ ਦੇ ਵਿੱਚ ਕੋਈ ਵੀ ਅਜਿਹਾ ਕਾਨੂੰਨ ਨਹੀਂ ਹੈਗਾ ਜਿਹਦੇ ਤਹਿਤ ਜੈਨੋਸਾਈਡ ਨੂੰ ਤੇ ਕ੍ਰਾਈਮ ਅਗੇਂਸਟ ਹਿਊਮੈਨਿਟੀ ਨੂੰ ਜੁਰਮ ਹੀ ਮੰਨਿਆ ਗਿਆ ਹੋਵੇ। ਕਿ ਬੇਸਿਕਲੀ ਜੈਨੋਸਾਈਡ ਤੇ ਕ੍ਰਾਈਮ ਅਗੇਂਸਟ ਹਿਊਮੈਨਿਟੀ ਇੰਡੀਆ ਦੇ ਵਿੱਚ ਜੁਰਮ ਹੀ ਨਹੀਂ ਹੈਗੇ,
ਉਹ ਸਿੰਪਲੀ ਇਸ ਕਰਕੇ ਨਹੀਂ ਹੈਗੇ ਕਿਉਂਕਿ ਕੋਈ ਵੀ ਕਾਨੂੰਨ ਨਹੀਂ ਹੈਗਾ ਜਿਹੜਾ ਪਰਿਭਾਸ਼ਿਤ ਕਰਦਾ ਹੋਵੇ ਕਿ ਇਹ ਮਨਾ ਕਰਦਾ ਹੋਵੇ ਤੇ ਉਹਦੇ ਵਾਸਤੇ ਸਜ਼ਾ ਜਿਹਦੇ ਵਿੱਚ ਦਿੱਤੀ ਗਈ ਹੋਵੇ। ਸੋ ਉਹਦਾ ਜੋ ਇੰਡੀਆ ਨੇ ਲੌਜਿਕ ਦਿੱਤਾ ਸੀਗਾ ਜੈਨੋਸਾਈਡ ਕਨਵੈਨਸ਼ਨ ਦੇ ਵੇਲੇ ਵੀ, ਉਹਨਾਂ ਨੇ ਇਹ ਕਿਹਾ ਸੀਗਾ ਕਿ ਜਿੰਨੇ ਵੀ ਕੰਮ ਮਿਲਾ ਕੇ ਨਸਲਕੁਸ਼ੀ ਬਣਦੀ ਹੈ ਵੀ ਉਹ ਸਾਰੇ ਹੀ ਸਾਡੇ ਇੰਡੀਅਨ ਪੀਨਲ ਕੋਡ ਦੇ ਵਿੱਚ ਉਹਨਾਂ ਦੇ ਲਈ ਸਜ਼ਾ ਹੈਗੀ ਹੈ, ਵੀ ਕਤਲਾਂ ਦੀ ਸਜ਼ਾ ਹੈਗੀ ਆ, ਅਗਵਾ ਕਰਨ ਦੀ ਸਜ਼ਾ ਹੈਗੀ ਹੈ, ਕਿਸੇ ਦੀ ਫਰੀਡਮ ਨੂੰ ਰੋਕਣ ਦੀ ਸਜ਼ਾ ਹੈਗੀ ਹੈ, ਕਿਸੇ ਨੂੰ ਫਿਜ਼ੀਕਲ ਹਾਰਮ ਪਹੁੰਚਾਉਣ ਦੀ ਸਜ਼ਾ ਹੈਗੀ ਹੈ। ਹਾਲਾਂਕਿ ਬੜਾ ਵਾਹੀਆਤ ਜਿਹਾ ਲੌਜਿਕ ਸੀਗਾ ਕਿਉਂਕਿ ਇਹ ਜਿੰਨੇ ਵੀ ਜੁਰਮ ਨੇ ਇਹ ਸਾਰੇ ਆਲਰੇਡੀ ਪਹਿਲਾਂ ਸਾਰੀ ਦੁਨੀਆ ਦੇ ਦੇਸ਼ਾਂ ਦੇ ਕਾਨੂੰਨਾਂ ਦੇ ਵਿੱਚ ਹੀ ਇਹਨਾਂ ਨੂੰ ਬਤੌਰ ਜੁਰਮ ਮਾਨਤਾ ਦਿੱਤੀ ਹੋਈ ਹੈ। ਉਹਦੇ ਬਾਵਜੂਦ ਜੇਕਰ ਕੌਮਾਂਤਰੀ ਭਾਈਚਾਰੇ ਨੇ ਜੈਨੋਸਾਈਡ ਦੇ ਜੁਰਮ ਨੂੰ ਤਸਲੀਮ ਕੀਤਾ ਤਾਂ ਇਹਦਾ ਮਤਲਬ ਇਹ ਹੈ ਕਿ ਇੱਕ ਇੰਟਰਨੈਸ਼ਨਲ ਕੰਸੈਂਸਸ ਦੀ ਰਿਫਲੈਕਸ਼ਨ ਸੀਗੀ ਕਿ ਜੈਨੋਸਾਈਡ ਇੱਕ ਯੂਨੀਕ ਕ੍ਰਾਈਮ ਹੈ। ਇਨਫੈਕਟ ਇਹਨੂੰ ਕ੍ਰਾਈਮ ਆਫ ਕ੍ਰਾਈਮਸ ਕਿਹਾ ਜਾਂਦਾ, ਜਿਹੜਾ ਜੁਰਮਾਂ ਦਾ ਜੁਰਮ ਹੈ। ਸੋ ਉਹਦਾ ਹੁਣ ਇੰਡੀਆ ਦੇ ਵਿੱਚ ਇਸ ਗੱਲ ਨੂੰ ਮਾਨਤਾ ਨਾ ਦੇਣ ਦਾ ਨਤੀਜਾ ਕੀ ਹੈ, ਜਿਹੜਾ ਆਪਾਂ ਉਸ ਫੋਰਮ ਦੇ ਉੱਪਰ ਵੀ ਇਹ ਗੱਲ ਕੀਤੀ, ਉਹ ਇਹ ਹੈ ਕਿ ਇੱਥੇ ਨਸਲਕੁਸ਼ੀ ਦੇ ਤੇ ਕ੍ਰਾਈਮ ਅਗੇਂਸਟ ਹਿਊਮੈਨਿਟੀ ਦੇ ਜੁਰਮ ਦੀ ਪੜਤਾਲ ਹੀ ਨਹੀਂ ਕੀਤੀ ਜਾਂਦੀ, ਉਹਦੀ ਇਨਵੈਸਟੀਗੇਸ਼ਨ ਹੀ ਨਹੀਂ ਹੁੰਦੀ। ਤੇ ਜੇ ਇਨਵੈਸਟੀਗੇਸ਼ਨ ਹੀ ਨਹੀਂ ਹੁੰਦੀ ਤੇ ਉਹਦੇ ਵਾਸਤੇ ਸਜ਼ਾਵਾਂ ਜਿਹੜੀਆਂ ਨੇ ਉਹ ਕਿੱਥੋਂ ਦਿੱਤੀਆਂ ਜਾਣਗੀਆਂ ਜੀ। ਸੋ ਇਹ ਗੱਲ ਬੜੀ ਮਤਲਬ ਸਮਝਣ ਵਾਲੀ ਹੈ ਕਿ ਇੱਥੇ ਜਿਹੜੀ ਇੰਪਿਊਨਿਟੀ ਹੈ, ਇਹ ਸਜ਼ਾ ਮੁਆਫੀ ਹੈ ਜਿਹੜੀ ਜੈਨੋਸਾਈਡ ਤੇ ਕ੍ਰਾਈਮ ਅਗੇਂਸਟ ਹਿਊਮੈਨਿਟੀ ਦੇ ਲਈ, ਉਹ ਇੰਡੀਅਨ ਲੀਗਲ ਸਿਸਟਮ ਦੀ ਜੜ ਦੇ ਵਿੱਚ ਹੀ ਪਈ ਹੋਈ ਹੈ ਕਿਉਂਕਿ ਕੋਈ ਇਹ ਅਜਿਹਾ ਕਾਨੂੰਨ ਹੀ ਨਹੀਂ ਹੈਗਾ ਜਿਹੜਾ ਇਹਨਾਂ ਦੇ ਵਾਸਤੇ ਸਜ਼ਾ ਦਿੰਦਾ ਹੋਵੇ। ਸੋ ਇਹ ਜਿਹੜਾ ਜੈਨੋਸਾਈਡ ਨੂੰ ਉਹ ਆਮ ਵਾਂਗ ਹੀ ਲੈ ਰਹੇ ਨੇ, ਸਿਰਫ ਜਿਵੇਂ ਇੱਕ ਆਮ ਕੋਈ ਉਹ ਇਹ ਮੰਨਦੇ ਆ ਕਿ ਜੈਨੋਸਾਈਡ ਦਾ ਕੋਈ ਜੁਰਮ ਨਹੀਂ ਹੈਗਾ। ਜੇਕਰ ਕਿਸੇ ਦਾ ਕਤਲ ਹੋਇਆ ਆ ਤੇ ਉਹ ਕਤਲ ਵਾਂਗੂ ਹੀ ਐਕਸਪਲੇਨ ਕੀਤਾ, ਉਹਨੂੰ ਇਨਵੈਸਟੀਗੇਟ ਕੀਤਾ ਜਾਊਗਾ। ਹਾਂ, ਚਾਹੇ ਉਹ ਇੱਕ ਆਮ ਕਤਲ ਹੋਵੇ, ਚਾਹੇ ਉਹ 1000 ਬੰਦੇ ਦਾ ਕਤਲ ਹੋਵੇ, ਚਾਹੇ ਤੁਸੀਂ ਨਿੱਜੀ ਰੰਜਿਸ਼ ਵਾਸਤੇ ਕੀਤਾ ਹੋਵੇ, ਤੇ ਚਾਹੇ ਤੁਸੀਂ ਇੱਕ ਵੱਡੇ ਚੱਲ ਰਹੇ ਵਰਤਾਰੇ ਦੇ ਤਹਿਤ ਬੀਜਨਾਸ਼ ਕਰਨ ਦੇ ਵਾਸਤੇ ਕੀਤਾ ਹੋਵੇ। ਇਹ ਤਾਂ ਹੁਣ ਆਪਾਂ ਜਾਣਦੇ ਹਾਂ ਨਾ ਗੁਰਤੇਜ ਸਿੰਘ ਜੀ, ਕਿੰਨੇ ਗਵਾਹ ਹੁਣ ਤਾਂ ਜਿਹੜੇ ਔਨ ਰਿਕਾਰਡ ਸਟੇਟਮੈਂਟਸ ਆ ਗਈਆਂ ਕਿ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੇ ਵੀ ਪ੍ਰੈਪਰੇਟਰਸ ਸੀਗੇ ਜਿਨ੍ਹਾਂ ਨੇ 84 ਦੇ ਜਿਹੜੀ ਕਤਲੋਗਾਰਤ ਕਰਵਾਈ ਹੈ, ਵੀ ਉਹ ਵਾਰ-ਵਾਰ ਇਹ ਗੱਲ ਕਹਿ ਰਹੇ ਸੀਗੇ ਕਿ ਸਿੱਖਾਂ ਦਾ ਮਤਲਬ ਨਾਮੋ ਨਿਸ਼ਾਨ ਨਹੀਂ ਰਹਿਣਾ ਚਾਹੀਦਾ। ਇੱਥੋਂ ਇਹ ਗੱਲ ਕਹਿਣ ਦੀ ਇੰਪੋਰਟੈਂਸ ਜਿਹੜੀ ਆ, ਉਹ ਜਿਹੜੇ ਕਾਨੂੰਨ ਦੇ ਜਾਣਕਾਰ ਨੇ ਉਹ ਐਪਰੀਸ਼ੀਏਟ ਕਰਨਗੇ ਇਸ ਗੱਲ ਨੂੰ ਜਾਂ ਸਮਝ ਜਾਣਗੇ। ਉਹ ਇਹ ਹੈ ਕਿ ਇਹ ਬੇਸਿਕਲੀ ਜੈਨੋਸਾਈਡਲ ਇੰਟੈਂਟ ਨੂੰ ਰਿਫਲੈਕਟ ਕਰਦੀ ਹੈ। ਕੋਈ ਵੀ ਮਾਸ ਐਟਰੋਸਿਟੀ ਜਿਹੜੀ ਹੈ ਉਹ ਉਦੋਂ ਜੈਨੋਸਾਈਡ ਬਣਦੀ ਹੈ ਜਦੋਂ ਉਹ ਐਟਰੋਸਿਟੀ ਕਰਨ ਦੇ ਪਿਛਲੀ ਮਨਸ਼ਾ ਜਿਹੜੀ ਹੈ ਉਹ ਕਿਸੇ ਗਰੁੱਪ ਨੂੰ ਮੁਕੰਮਲ ਰੂਪ 'ਚ ਜਾਂ ਅੰਸ਼ਕ ਰੂਪ ਦੇ ਵਿੱਚ ਖਤਮ ਕਰਨ ਦੀ ਮਨਸ਼ਾ ਦੇ ਨਾਲ ਕੀਤਾ ਗਿਆ ਹੋਵੇ। ਹੁਣ ਇਹ ਸਾਰੀਆਂ ਗੱਲਾਂ ਇਨਵੈਸਟੀਗੇਸ਼ਨ ਦਾ ਪਾਰਟ ਹੀ ਨਹੀਂ ਬਣ ਸਕਦੀਆਂ ਕਿਉਂਕਿ ਤੁਸੀਂ ਜੈਨੋਸਾਈਡ ਨੂੰ ਹੀ ਜੁਰਮ ਨਹੀਂ ਮੰਨਦੇ। ਫਿਰ ਆਪਾਂ ਇਸ ਗੱਲ ਦਾ ਵੀ ਉਸ ਆਪਣੀ ਪ੍ਰੈਜੈਂਟੇਸ਼ਨ ਦੇ ਦੌਰਾਨ ਉੱਥੇ ਇਹ ਗੱਲ ਉਭਾਰੀ ਉਸ ਮੰਚ ਦੇ ਉੱਪਰ ਕਿ ਜਿਹੜਾ ਸੱਜਣ ਕੁਮਾਰ ਦੇ ਕੇਸ ਦੇ ਵਿੱਚ ਸੁਲਤਾਨਪੁਰੀ ਕਤਲੇਆਮ, ਸੁਲਤਾਨਪੁਰੀ ਮੈਸੈਕਰ ਜਿਹੜਾ ਹੋਇਆ ਸੀ ਦਿੱਲੀ ਦੇ ਵਿੱਚ, ਉਹਦੇ ਕੇਸ ਦਾ ਜਿਹੜਾ ਫੈਸਲਾ ਆਇਆ ਪਿਛਲੇ ਸਮੇਂ ਦੇ ਦੌਰਾਨ, ਉਹਦੇ 'ਚ ਦਿੱਲੀ ਹਾਈ ਕੋਰਟ ਨੇ ਵੀ ਇਹ ਗੱਲ ਮੰਨੀ ਹੈ। ਜੇ ਮੈਂ ਕੋਟ ਹੀ ਕਰਨਾ ਹੋਵੇ ਤਾਂ ਅਦਾਲਤ ਨੇ ਕਿਹਾ ਕਿ ਨੀਦਰ ਕ੍ਰਾਈਮਸ ਅਗੇਂਸਟ ਹਿਊਮੈਨਿਟੀ ਨੋਰ ਜੈਨੋਸਾਈਡ ਇਜ਼ ਪਾਰਟ ਆਫ ਆਵਰ ਡੋਮੈਸਟਿਕ ਲਾਅ ਆਫ ਕ੍ਰਾਈਮਸ। ਅਗਲੀ ਗੱਲ ਉਹ ਕਹਿ ਰਿਹਾ, ਦਿਸ ਲੂਪ ਹੋਲ ਨੀਡਸ ਟੂ ਬੀ ਐਡਰੈਸਡ ਅਰਜੈਂਟਲੀ। ਵੀ ਉਹ ਕਹਿੰਦੇ ਕਿ ਜਿਹੜਾ ਕ੍ਰਾਈਮ ਅਗੇਂਸਟ ਹਿਊਮੈਨਿਟੀ ਤੇ ਜੈਨੋਸਾਈਡ ਹੈ, ਇਹਨੂੰ ਇੰਡੀਆ ਦੇ ਕਾਨੂੰਨ ਦੇ ਵਿੱਚ ਜੁਰਮ ਹੀ ਨਹੀਂ ਮੰਨਿਆ ਗਿਆ ਤੇ ਇਹਨੂੰ ਮਤਲਬ ਬਹੁਤ ਅਰਜੈਂਟਲੀ ਜਿਹੜਾ ਆ ਇਹ ਮਸਲਾ ਐਡਰੈਸ ਕੀਤਾ ਜਾਣਾ ਚਾਹੀਦਾ ਹੈ। ਸੋ ਆਪਾਂ ਉਹਦੇ ਵਿੱਚ ਇਹ ਗੱਲ ਵੀ ਉਭਾਰੀ ਕਿ ਜੇਕਰ ਤੁਸੀਂ ਜੈਨੋਸਾਈਡ ਨੂੰ ਇੱਕ ਇੰਟਰਨੈਸ਼ਨਲ ਕ੍ਰਾਈਮ ਦੇ ਤੌਰ ਦੇ ਉੱਪਰ ਵੀ ਸਿੱਖ ਕਤਲੇਆਮ ਦੀ ਜੇਕਰ ਪੜਚੋਲ ਕਰੋ ਤਾਂ ਇਹਦੇ ਵਿੱਚੋਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਉੱਭਰ ਕੇ ਸਾਹਮਣੇ ਆ ਸਕਦੀਆਂ ਨੇ ਜਿਹੜੀਆਂ ਜੈਨੋਸਾਈਡ ਬਾਰੇ ਸਮਝ ਨੂੰ ਨਿਖਾਰਨ ਦੇ ਵਿੱਚ ਹੋਰ ਵੀ ਹੋ ਸਕਦੀਆਂ। ਉਹਦੀਆਂ ਮੈਂ ਕੁਛ ਮਿਸਾਲਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਸਕਦਾ। ਇੱਕ ਤਾਂ ਇਹ ਹੈ ਕਿ ਇਹ ਵਰਤਾਰਾ ਇੱਕ ਪੀਰੀਅਡ ਆਫ ਟਾਈਮ ਦੇ ਵਿੱਚ ਵਾਪਰਿਆ ਹੋਇਆ ਸੀਗਾ, 1984 ਤੋਂ ਲੈ ਕੇ 1993 ਤੱਕ ਆਪਾਂ ਮੇਨਲੀ ਕਹਿ ਸਕਦੇ ਹਾਂ। ਫਿਰ ਉਹਦੇ ਵਿੱਚ ਵੀ ਇਹਦੇ ਵਿੱਚ ਸੀਰੀਜ਼ ਆਫ ਮੈਸੈਕਰਸ ਸੀਗੇ ਜਿਹਦੇ 'ਚ ਜਿਹੜਾ ਜੂਨ 1984 ਦਾ ਆ, ਫਿਰ ਨਵੰਬਰ 1984 ਦਾ ਜਿਹਦੇ 'ਚ ਅੱਗੇ ਵਾਪਰਿਆ। ਫਿਰ ਉਸ ਤੋਂ ਬਾਅਦ ਦੇ ਵਿੱਚ ਕੋਆਰਡੀਨੇਟਡ, ਆਰਗੇਨਾਈਜ਼ਡ ਤੇ ਸਿਸਟਮੈਟਿਕ ਐਕਟਸ ਸੀਗੇ ਜਿਨ੍ਹਾਂ ਦੇ ਵਿੱਚ ਇਨਫੋਰਸਡ ਡਿਸਅਪੀਅਰੈਂਸਿਸ ਸ਼ਾਮਲ ਹੈ, ਫੇਕ ਐਨਕਾਊਂਟਰ ਕਿਲਿੰਗ ਸ਼ਾਮਲ ਹੈ, ਕਸਟੋਡੀਅਲ ਟਾਰਚਰ ਐਂਡ ਕਿਲਿੰਗ ਸ਼ਾਮਲ ਹੈ ਤੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਤੇ ਮਾਸ ਸੀਕ੍ਰੇਟ ਕ੍ਰਿਮੇਸ਼ਨ। ਵੀ ਇਹ ਸਾਰੇ ਜਿਹੜੇ ਕ੍ਰਾਈਮ
ਵਿੱਚ ਇੱਕ ਗੱਲ ਤਾਂ ਇਹ ਹੈਗੀ ਹੈ ਕਿ ਜੇਕਰ ਇੰਟਰਨੈਸ਼ਨਲ ਕ੍ਰਾਈਮ ਦੇ ਤੌਰ ਦੇ ਉੱਪਰ ਸਿੱਖ ਜੈਨੋਸਾਈਡ ਦੀ ਪੜਤਾਲ ਕੀਤੀ ਜਾਵੇ ਤਾਂ ਇਹ ਕਾਫੀ ਜੈਨੋਸਾਈਡ ਦੇ ਵਰਤਾਰੇ ਨੂੰ ਸਮਝਣ ਦੇ ਵਿੱਚ ਸਹਾਈ ਹੋ ਸਕਦਾ ਹੈ, ਕਿਉਂਕਿ ਇੱਕ ਤਾਂ ਇਹ ਵਰਤਾਰਾ ਇੱਕ ਪੀਰੀਅਡ ਆਫ ਟਾਈਮ ਦੇ ਵਿੱਚ ਵਾਪਰਿਆ ਹੋਇਆ ਸੀਗਾ, 84 ਤੋਂ ਲੈ ਕੇ 93 ਤੱਕ ਆਪਾਂ ਮੇਨਲੀ ਕਹਿ ਸਕਦੇ ਹਾਂ, ਜੇਕਰ ਜੀ ਜੈਨੋਸਾਈਡ ਦੀ ਜਿਹੜੀ ਲੀਗਲ ਡੈਫੀਨੇਸ਼ਨ ਹੈ ਉਹਦੇ ਮੁਤਾਬਕ ਦੇਖਿਆ ਜਾਵੇ, ਜੇ ਐਜ਼ ਏ ਕ੍ਰਾਈਮ ਜੇਕਰ ਇਹਨੂੰ ਦੇਖਿਆ ਜਾਵੇ। ਤੇ ਉਹਦੇ ਵਿੱਚ 1984 ਦੇ ਵਿੱਚ ਜਿਹੜੇ ਆਪਾਂ ਇੱਕ ਸੀਰੀਜ਼ ਆਫ ਮੈਸੈਕਰਸ ਵਾਪਰੇ, ਜਿਹਦੇ ਚ ਪਹਿਲਾਂ ਜੂਨ 1984 ਦੇ ਵਿੱਚ ਵਾਪਰਿਆ, ਫਿਰ ਉਸ ਤੋਂ ਬਾਅਦ ਦੇ ਵਿੱਚ ਨਵੰਬਰ 1984 ਦੇ ਵਿੱਚ ਬਹੁਤ ਸਾਰੇ ਕਤਲੇਆਮ ਜਿਹੜੇ ਆਏ ਸਾਰੇ ਖੇਤਰ ਦੇ ਵਿੱਚ ਸਿੱਖਾਂ ਦਾ ਜਿਹੜਾ ਕੀਤਾ ਗਿਆ। ਤੇ ਉਸ ਤੋਂ ਬਾਅਦ ਦੇ ਵਿੱਚ ਕੋਆਰਡੀਨੇਟਡ, ਆਰਗੇਨਾਈਜ਼ਡ ਤੇ ਸਿਸਟੇਮੈਟਿਕ ਤਰੀਕੇ ਦੇ ਨਾਲ ਇਨਫੋਰਸਡ ਡਿਸਅਪੀਅਰੈਂਸਿਸ, ਫੇਕ ਇਨਕਾਊਂਟਰ ਕਿਲਿੰਗਸ, ਕਸਟੋਡੀਅਲ ਟਾਰਚਰ ਤੇ ਕਿਲਿੰਗ, ਐਕਸਟਰਾ ਜੁਡੀਸ਼ੀਅਲ ਕਿਲਿੰਗਸ ਜਾਂ ਮਾਸ ਸੀਕ੍ਰੇਟ ਕਰਮੇਸ਼ਨ, ਕਿ ਇਹ ਸਾਰਾ ਕੁਝ ਵਾਪਰਿਆ ਜਿੱਥੇ ਲੋਕਾਂ ਨੂੰ ਚੁੱਕ ਕੇ ਜਬਰੀ ਲਾਪਤਾ ਕੀਤਾ ਜਾਂਦਾ ਰਿਹਾ, ਉਹਨਾਂ 'ਚ ਹਿਰਾਸਤ 'ਚ ਤਸ਼ੱਦਦ ਕਰਕੇ ਖਤਮ ਕਰ ਦਿੱਤਾ ਜਾਂਦਾ ਰਿਹਾ। ਫਿਰ ਬਿਨਾਂ ਦੱਸਿਆਂ ਲਵਾਰਸ ਲਾਸ਼ਾਂ ਕਹਿ ਕੇ ਉਹਨਾਂ ਨੂੰ ਮਤਲਬ ਉਹਨਾਂ ਦਾ ਗੁਪਤ ਤਰੀਕੇ ਦੇ ਨਾਲ ਸੰਸਕਾਰ ਜਿਹੜਾ ਆ ਉਹ ਕਰ ਦਿੱਤਾ ਜਾਂਦਾ ਰਿਹਾ। ਸੋ ਜੇਕਰ ਇਹ ਸਾਰੇ ਕਾਸੇ ਨੂੰ ਦੇਖਿਆ ਜਾਵੇ ਤੇ ਇਹ ਫਿਜ਼ੀਕਲ ਆਸਪੈਕਟ ਸੀਗਾ ਇਸ ਸਾਰੇ ਡਿਸਟਰਕਸ਼ਨ ਦਾ। ਫਿਰ ਆਪਾਂ ਇਹ ਗੱਲ ਵੀ ਉੱਥੇ ਉਭਾਰੀ ਕਿ ਇਹਦੇ ਵਿੱਚ ਜਿਹੜੀ ਸਟੇਟ ਆਪਰੇਟਸ ਦੀ ਇਨਵੋਲਵਮੈਂਟ ਨੂੰ ਜੇਕਰ ਦੇਖਣਾ ਹੋਵੇ ਕਿ ਜਿਹੜਾ ਇੱਕ ਰਾਜ ਆ ਉਹਦੇ ਕੇਸ ਪੱਧਰ ਤੱਕ ਦੀ ਸ਼ਮੂਲੀਅਤ ਸੀਗੀ, ਤਾਂ ਇਹਦੇ ਵਿੱਚ ਸਰਕਾਰੀ ਮਸ਼ੀਨਰੀ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ, ਇਹਦੇ ਵਿੱਚ ਪੋਲੀਟੀਕਲ ਪਾਰਟੀਆਂ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ, ਇਹਦੇ 'ਚ ਵਿਚਾਰਧਾਰਕ ਗਰੁੱਪਾਂ ਦੀ, ਆਈਡੀਓਲੋਜੀਕਲ ਗਰੁੱਪਸ ਦੀ ਸਾਹਮਣੇ ਆਉਂਦੀ ਹੈ, ਆਈਡੀਓਲੋਜੀਕਲ ਇਨਫਲੂਐਂਸਰਸ ਦੀ, ਜਿਹੜੇ ਬੰਦੇ ਵਿਚਾਰਧਾਰਕ ਤੌਰ ਤੇ ਪ੍ਰਭਾਵ ਰੱਖਦੇ ਹੁੰਦੇ ਨੇ ਆਪਣਾ, ਉਹਨਾਂ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ, ਪੁਲਿਸ ਦੀ ਆਉਂਦੀ ਹੈ, ਪੈਰਾਮਿਲਟਰੀ ਦੀ ਆਉਂਦੀ ਹੈ, ਇੱਥੋਂ ਤੱਕ ਕਿ ਆਰਮੀ ਦੀ ਆਉਂਦੀ ਹੈ। ਇਹ ਸਾਰੇ ਹੀ ਵੱਖ-ਵੱਖ ਸਮੇਂ ਦੇ ਵਿੱਚ ਵੇਅਰਿੰਗ ਡਿਗਰੀਜ਼ ਦੇ ਵਿੱਚ ਜਾਂ ਕਿਸੇ ਦੀ ਸ਼ਮੂਲੀਅਤ ਵੱਧ ਹੋ ਸਕਦੀ, ਘੱਟ ਹੋ ਸਕਦੀ ਹੈ, ਪਰ ਇਹ ਸਾਰੇ ਹੀ ਸ਼ਾਮਲ ਜਿਹੜੇ ਰਹੇ ਨੇ। ਫਿਰ ਇਹਦੇ ਵਿੱਚ ਪੋਲੀਟੀਕਲ, ਐਡਮਿਨਿਸਟ੍ਰੇਟਿਵ ਤੇ ਜੁਡੀਸ਼ੀਅਲ ਆਰਗਨ ਹੈ ਜਿਹੜੇ ਸਟੇਟ ਦੇ, ਕਿ ਸਰਕਾਰ ਦੇ ਪੋਲੀਟੀਕਲ ਪਾਰਟੀਆਂ ਜਾਂ ਪੋਲੀਟੀਕਲ ਢਾਂਚਾ ਹੋ ਗਿਆ, ਉਹਦਾ ਪ੍ਰਬੰਧਕੀ ਢਾਂਚਾ ਹੋ ਗਿਆ, ਨਿਆਂ ਦਾ ਢਾਂਚਾ ਹੋ ਗਿਆ, ਉਹਨੇ ਕਿਸ ਤਰ੍ਹਾਂ ਦਾ ਉਹਦਾ ਵਿਹਾਰ ਇਸ ਸੰਬੰਧ ਦੇ ਵਿੱਚ ਰਿਹਾ ਵੀ ਉਹਨੂੰ ਵੀ ਵਿਚਾਰਿਆ ਜਾਵੇ ਤਾਂ ਬਿਹਤਰ ਸਮਝ ਜਿਹੜੀ ਆ ਉਹ ਜੈਨੋਸਾਈਡ ਦੇ ਵਰਤਾਰੇ ਦੇ ਬਾਰੇ ਦੇ ਵਿੱਚ ਆ ਸਕਦੀ ਹੈ। ਇੱਕ ਜਿਹੜਾ ਇੰਡੀਅਨ ਸੁਸਾਇਟੀ ਦਾ ਮਤਲਬ ਇਸ ਸਾਰੇ ਜੈਨੋਸਾਈਡ ਦੇ ਪ੍ਰਤੀ ਬਿਹੇਵੀਅਰ ਰਿਹਾ, ਤੇ ਇਹ ਗੱਲ ਵੀ ਆਪਾਂ ਉਭਾਰੀ ਕਿ ਵਿਦਵਾਨਾਂ ਦੇ ਤੌਰ ਦੇ ਉੱਪਰ ਇਹਦਾ ਵੀ ਜਿਹੜਾ ਮਤਲਬ ਨੋਟਿਸ ਲਿਆ ਜਾਵੇ ਤੇ ਇਹਦੇ ਨਾਲ ਵੀ ਜੈਨੋਸਾਈਡ ਦੇ ਵਰਤਾਰੇ ਨੂੰ ਬਿਹਤਰ ਸਮਝਣ ਦੀ ਕੋਸ਼ਿਸ਼ ਜਿਹੜੀ ਆ ਉਹ ਹੋ ਸਕਦੀ ਹੈ ਜਾਂ ਉਹਦੇ ਵਿੱਚ ਵੱਧ ਪੱਖ ਉਜਾਗਰ ਹੋ ਸਕਦੇ ਨੇ। ਤੇ ਇਹ ਹਾਂਜੀ ਹਾਂਜੀ ਕਿਹੋ ਜਿਹੇ ਸਵਾਲ ਰਹੇ ਫਿਰ ਉਹਨਾਂ ਦੇ ਵੱਲੋਂ ਇਸ ਦੇ ਬਾਰੇ ਜੋ ਤੁਸੀਂ ਸਾਰਿਆਂ ਨੇ ਆਪਣੇ ਪਰਚੇ ਪੇਸ਼ ਕੀਤੇ, ਜਾਂ ਕਿੰਨਾ ਕੁ ਅਵੇਅਰ ਸੀ ਹੋਰ ਮੁਲਕਾਂ ਦੇ ਲੋਕ ਜਾਂ ਜਿਹੜੇ ਹੋਰ ਜੈਨੋਸਾਈਡ ਦੇ ਉੱਤੇ ਸਕਾਲਰ ਨੇ ਜਿਹੜੇ ਉਹਦੇ ਬਾਰੇ ਖੋਜ ਕਰਦੇ ਨੇ? ਦੇਖੋ, ਇਸ ਸੰਬੰਧ ਦੇ ਵਿੱਚ ਇੱਕ ਗੱਲ ਤਾਂ ਮੈਂ ਇਹ ਦੱਸਣੀ ਚਾਹੁੰਦਾ ਕਿ ਇਹਦੇ ਵਿੱਚ ਇਸੇ ਹੀ IAGS ਜਿਹੜੀ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਜੈਨੋਸਾਈਡ ਸਕਾਲਰਸ ਹੈ, ਉਹਦੇ ਸਾਬਕਾ ਪ੍ਰੈਜ਼ੀਡੈਂਟ ਹੈਨਰੀ ਉਹ ਵੀ ਇਹਦੇ 'ਚ ਸ਼ਮੂਲੀਅਤ ਕਰ ਰਹੇ ਸੀ। ਮੌਜੂਦਾ ਤੌਰ ਦੇ ਉੱਪਰ ਉਹ ਜਿਹੜੀ ਇਹਨਾਂ ਦੀ ਕੈਰੀਕਲਮ ਵਰਕਿੰਗ ਗਰੁੱਪ ਹੈਗਾ ਆ, ਉਹਦੇ ਵੀ ਉਹ ਕੋਆਰਡੀਨੇਟਰ ਹੈਗੇ ਆ, ਉਹ ਵੀ ਸ਼ਮੂਲੀਅਤ ਕਰ ਰਹੇ। ਜਿੱਦਾਂ ਮੈਂ ਦੱਸਿਆ ਕਿ ਟਿਮੋਥੀ ਵਿਲੀਅਮਸ ਜਿਹੜੇ ਆ ਉਹ ਚੇਅਰ ਕਰ ਰਹੇ ਸੀਗੇ, ਤੇ ਉਹਨਾਂ ਨੇ ਜ਼ਿਆਦਾ ਕਿਉਂਕਿ ਇਹ ਡਿਜੀਟਲ ਏਜ ਦੇ ਨਾਲ ਸੰਬੰਧਿਤ ਸੀਗੀ ਇੱਕ ਕਾਨਫਰੰਸ, ਤਾਂ ਉਹਦੇ ਵਿੱਚ ਉਹਨਾਂ ਨੇ ਪੁੱਛਿਆ, ਇੱਕ ਤਾਂ ਬੁਨਿਆਦੀ ਜੀ ਗੱਲ ਤਾਂ ਇਹੀ ਪੁੱਛੀ ਕਿ ਜਿਹੜੀ ਡਿਜੀਟਲ ਏਜ ਆਈ ਹੈ ਵੀ ਇਹਦਾ ਜੈਨੋਸਾਈਡ ਦੀ ਅਵੇਅਰਨੈਸ ਜਾਂ ਡਾਕੂਮੈਂਟੇਸ਼ਨ ਦੇ ਵਿੱਚ ਕਿਸ ਤਰ੍ਹਾਂ ਦੀ ਵੀ ਹੈਲਪਫੁਲ ਹੋਈ ਹੈ ਜਾਂ ਕਿਵੇਂ ਹੈ, ਉਹਦਾ ਜਵਾਬ ਉਸ ਹਿਸਾਬ ਦੇ ਨਾਲ ਉਹਨੂੰ ਦਿੱਤਾ ਗਿਆ। ਫਿਰ ਉਸ ਤੋਂ ਬਾਅਦ ਦੇ ਵਿੱਚ ਹੈਨਰੀ ਉਹਨਾਂ ਨੇ ਇੱਕ ਇਸ ਗੱਲ ਦੇ ਵਿੱਚ ਵੀ ਉਹਨਾਂ ਨੇ ਪੁੱਛਿਆ ਕਿ ਜਿਹੜਾ ਮਤਲਬ ਇੰਡੀਆ ਦੇ ਵਿੱਚ ਜਿਸ ਤਰ੍ਹਾਂ ਦੇ ਮਾਹੌਲ ਬਣੇ ਹੋਏ ਨੇ ਹਨਾ, ਵੀ ਉਹਦੇ ਵਿੱਚ ਚੇਂਜ ਦੇ ਤੁਹਾਨੂੰ ਕਿਸ ਤਰ੍ਹਾਂ ਦੇ ਅਸਾਰ ਜਿਹੜੇ ਆ ਉਹ ਨਜ਼ਰ ਆ ਰਹੇ ਆ। ਇੱਕ ਇਹਦੇ ਵਿੱਚ ਗੱਲ ਜਿਹੜੀ ਆ ਜਿਹਦਾ ਮੈਂ ਜ਼ਿਕਰ ਕਰਨਾ ਚਾਹੁੰਦਾ ਆ, ਜਿਹੜੀ ਗੱਲ ਆਪਾਂ ਆਪਣੇ ਪਰਚੇ ਦੇ ਵਿੱਚ ਵੀ ਉੱਥੇ ਉਭਾਰੀ ਸੀਗੀ ਕਿ ਇੱਕ ਤਾਂ ਜੈਨੋਸਾਈਡ ਦੇ ਐਜ਼ ਏ ਜੁਰਮ ਜੈਨੋਸਾਈਡ ਦਾ ਵਰਤਾਰਾ ਹੈਗਾ ਆ, ਵੀ ਇੱਕ ਨਸਲਕੁਸ਼ੀ ਦਾ ਜੁਰਮ ਹੈ, ਇੱਕ ਉਹਦਾ ਵਾਈਡਰ ਆਸਪੈਕਟ ਹੈ, ਇੱਕ ਜੈਨੋਸਾਈਡ ਦਾ ਵਰਤਾਰਾ ਆ, ਇੱਕ ਨਸਲਕੁਸ਼ੀ ਦਾ ਜੁਰਮ ਹੈ, ਇੱਕ ਨਸਲਕੁਸ਼ੀ ਦਾ ਵਰਤਾਰਾ ਆ। ਇੱਕ ਵਰਤਾਰੇ ਦੇ ਤੌਰ ਦੇ ਉੱਪਰ ਜਦੋਂ ਤੁਸੀਂ ਦੇਖਦੇ ਆ ਤੇ ਬਹੁਤ ਸਾਰੀਆਂ ਗੱਲਾਂ ਨਸਲਕੁਸ਼ੀ ਦੀਆਂ ਇਸ ਤਰ੍ਹਾਂ ਦੀਆਂ ਹੈਗੀਆਂ ਨੇ ਜਿਹੜੀਆਂ ਮੌਜੂਦਾ ਲੀਗਲ ਡੈਫੀਨੇਸ਼ਨ ਦੇ ਵਿੱਚ ਕਵਰ ਨਹੀਂ ਹੁੰਦੀਆਂ। ਜਿਸ ਤਰ੍ਹਾਂ ਜੇ ਮੈਂ ਤੁਹਾਡੇ ਨਾਲ ਉਦਾਹਰਨ ਸਾਂਝੀ ਕਰਨੀ ਹੋਵੇ ਕਿ ਕਲਚਰਲ ਜੈਨੋਸਾਈਡ ਨੂੰ ਜੈਨੋਸਾਈਡ ਦੇ ਵਿੱਚ ਸ਼ਾਮਲ ਕਰਨਾ ਆ ਜਾਂ ਨਹੀਂ ਕਰਨਾ, ਇਹ ਸਿਰਫ 2 ਵੋਟਾਂ ਦੇ ਫਰਕ ਦੇ ਨਾਲ ਜੈਨੋਸਾਈਡ ਕਨਵੈਨਸ਼ਨ ਦੇ ਵਿੱਚ ਜਾਣੋਂ ਰਹਿ ਗਿਆ ਸੀ।
ਹੁਣੇ ਹੀ ਕੈਨੇਡਾ ਦੇ ਵਿੱਚ ਇੱਕ ਜੈਨੋਸਾਈਡ ਦੇ ਸੰਬੰਧ ਦੇ ਵਿੱਚ ਫੈਸਲਾ ਆਇਆ, ਉਹਦੇ ਵਿੱਚ ਜੱਜ ਨੇ ਇਹ ਗੱਲ ਕਹੀ ਕਿ ਇਹ ਬੜਾ ਵੱਡਾ ਲੂਪ ਹੋਲ ਆ ਕਿ ਜਿਹੜਾ ਕਲਚਰਲ ਜੈਨੋਸਾਈਡ ਆ ਉਹ ਜੈਨੋਸਾਈਡ ਦੇ ਕ੍ਰਾਈਮ ਦੀ ਲੀਗਲ ਡੈਫੀਨੇਸ਼ਨ ਦੇ ਵਿੱਚ ਜੈਨੋਸਾਈਡ ਕਨਵੈਨਸ਼ਨ ਦੇ ਵਿੱਚ ਸ਼ਾਮਲ ਨਹੀਂ ਹੋਇਆ। ਸੋ ਆਪਾਂ ਵੀ ਜਿਹੜੀ ਆਪਣੀ ਪ੍ਰੈਜੈਂਟੇਸ਼ਨ ਦਾ ਦੂਸਰਾ ਹਿੱਸਾ ਸੀਗਾ ਉਹਦੇ ਵਿੱਚ ਇਹੀ ਗੱਲ ਉਸ ਮੰਚ ਦੇ ਉੱਪਰ ਉਭਾਰੀ ਕਿ ਬੁਨਿਆਦੀ ਤੌਰ ਦੇ ਉੱਪਰ ਰੇਫੇਲ ਲੈਮਕਿਨ ਨੇ ਜਿਨੀ ਜੈਨੋਸਾਈਡ ਦਾ ਇਹ ਸ਼ਬਦ ਘੜਿਆ ਸੀਗਾ, ਉਹਨੇ ਵੀ ਇਹ ਗੱਲ ਕਹੀ ਸੀ ਕਿ ਜਨਰਲ ਟਰਮਸ ਦੇ ਵਿੱਚ ਜੈਨੋਸਾਈਡ ਨੂੰ ਪਰਿਭਾਸ਼ਿਤ ਕਰਨਾ ਹੋਵੇ ਜਾਂ ਨਸਲਕੁਸ਼ੀ ਨੂੰ ਪਰਿਭਾਸ਼ਿਤ ਕਰਨਾ ਹੋਵੇ ਤਾਂ ਇਟ ਇਜ਼ ਅ ਕੋਆਰਡੀਨੇਟਡ ਪਲਾਨ ਆਫ ਡਿਫਰੈਂਟ ਐਕਸ਼ਨਸ ਏਮਿੰਗ ਐਟ ਦਾ ਡਿਸਟਰਕਸ਼ਨ ਆਫ ਐਸੈਂਸ਼ੀਅਲ ਫਾਊਂਡੇਸ਼ਨਸ ਆਫ ਲਾਈਫ ਆਫ ਨੈਸ਼ਨਲ ਗਰੁੱਪਸ, ਕਿ ਜਿਹੜੇ ਭਾਈਚਾਰੇ ਜਾਂ ਕੌਮੀ ਸਮੂਹ ਨੇ ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਜੈਨੋਸਾਈਡ ਦਾ, ਉਹਨਾਂ ਦੇ ਜੀਵਨ ਦੀਆਂ ਬੁਨਿਆਦਾਂ ਨੂੰ ਖਤਮ ਕਰਨਾ ਜੀ, ਇਹ ਜਨਰਲ ਟਰਮਸ ਦੇ ਵਿੱਚ ਜੈਨੋਸਾਈਡ ਹੈਗਾ। ਸੋ ਉਹਦੇ ਵਿੱਚ ਮੈਂ ਚਾਹੁੰਦਾ ਹਾਂ ਕਿ ਤੁਹਾਡੇ ਨਾਲ ਇਸ ਗੱਲ ਦੀ ਵੀ ਸਾਂਝ ਪਾਈ ਜਾਵੇ ਕਿ ਆਪਾਂ ਕਿਹੜੇ ਪੱਖ ਨੇ ਜਿਹੜੇ ਸਿੱਖ ਨਸਲਕੁਸ਼ੀ ਦੇ ਉਹ ਇੱਕ ਵਰਤਾਰੇ ਵਜੋਂ ਜੈਨੋਸਾਈਡ ਨੂੰ ਸਮਝਦਿਆਂ ਹੋਇਆਂ ਇਹਦੇ ਵਿੱਚ ਉਭਾਰੇ ਨੇ। ਉਹਦੇ ਵਿੱਚ ਇੱਕ ਤਾਂ ਥੋੜੀ ਜਿਹੀ ਬਰੀਫ ਬੈਕਗਰਾਊਂਡ ਜਿਹੜੀ ਸੀਗੀ ਉਹ ਸਾਂਝੀ ਕੀਤੀ ਗਈ, ਜਿਹਦੇ 'ਚ ਕਿਹਾ ਗਿਆ ਕਿ ਭਾਵੇਂ 47 ਦੇ ਵਿੱਚ ਸਿੱਖਾਂ ਨੇ ਕਾਫੀ ਨੁਕਸਾਨ ਜਿਹੜਾ ਆ ਇਨ ਟਰਮਸ ਆਫ ਸਰੀਰਕ ਨੁਕਸਾਨ, ਕਿ ਜੀਆਂ ਦੀ ਜਾਨ ਗਈ, ਤੁਹਾਨੂੰ ਆਪਣੀ ਭੋਇੰ ਤੋਂ ਉਜੜਨਾ ਪਿਆ ਤੇ ਤੁਹਾਡੇ ਜਿਹੜੇ ਇਤਿਹਾਸਕ ਸਥਾਨ ਨੇ ਉਹਨਾਂ ਤੋਂ ਵਿਛੜਨਾ ਪਿਆ, ਉਹਦੇ ਬਾਵਜੂਦ ਸਿੱਖ ਇੰਡੀਆ ਦੇ ਵਿੱਚ ਇੱਕ ਵੱਡੇ ਸੋਸ਼ੋ ਪੋਲੀਟੀਕਲ ਗਰੁੱਪ ਦੇ ਪਾਵਰਫੁਲ ਗਰੁੱਪ ਦੇ ਉੱਪਰ ਉੱਭਰ ਕੇ ਸਾਹਮਣੇ ਆਏ। ਉਹਦਾ ਕਾਰਨ ਇਹ ਸੀਗਾ ਕਿ ਸਿੱਖਾਂ ਦੀ ਆਪਣੀ ਪੋਲੀਟੀਕਲ ਆਇਡੈਂਟੀਟੀ ਸੀਗੀ ਤੇ ਉਹਨੂੰ ਅਸਰਟ ਕਰਨ ਦੇ ਵਾਸਤੇ ਸਿੱਖਾਂ ਕੋਲ ਆਪਣੇ ਪੋਲੀਟੀਕਲ ਤੇ ਸੋਸ਼ਲ ਇੰਸਟੀਟਿਊਸ਼ਨਸ ਸੀਗੇ ਜੀ, ਤੇ ਇੱਕ ਵਿਸ਼ਵਾਸ ਦੇ ਉੱਤੇ ਆਧਾਰਿਤ ਭਾਈਚਾਰਾ ਹੋਣ ਦੇ ਕਾਰਨ ਜਿਹੜੀ ਐਸਪਾਇਰਿੰਗ ਇੰਡੀਅਨ ਨੇਸ਼ਨ ਸਟੇਟ ਸੀਗੀ, ਕਿ ਜਿਨ੍ਹਾਂ ਦੀ ਇਹ ਖਾਹਿਸ਼ ਸੀਗੀ ਕਿ ਅਸੀਂ ਇੰਡੀਆ ਨੂੰ ਨੇਸ਼ਨ ਸਟੇਟ ਬਣਾਈਏ, ਉਹਦੇ ਵਾਸਤੇ ਸਿੱਖਾਂ ਨੂੰ ਸਿਮੀਲੇਟ ਕਰਨਾ ਬਹੁਤ ਜ਼ਿਆਦਾ ਔਖਾ ਸੀਗਾ, ਕਿਉਂਕਿ ਸਿੱਖਾਂ ਦੀ ਪਛਾਣ ਦੇ ਜਿਹੜੇ ਚਿੰਨ੍ਹ ਨੇ ਜਾਂ ਸਿੱਖਾਂ ਦੇ ਜਿਹੜੇ ਵਿਸ਼ਵਾਸ ਦਾ ਆਧਾਰ ਹੈ, ਕਿਉਂਕਿ ਇਹ ਵਿਸ਼ਵਾਸ ਆਧਾਰਿਤ ਭਾਈਚਾਰਾ ਆ, ਇਸ ਕਰਕੇ ਉਹਨਾਂ ਦੇ ਵਾਸਤੇ ਬਹੁਤ ਮੁਸ਼ਕਲ ਸੀਗਾ। ਸਥਿਤੀ ਇੱਥੋਂ ਤੱਕ ਪਹੁੰਚ ਗਈ ਕਿ ਇੰਡੀਆ ਜਿਹੜਾ ਆ ਉਹ ਸਿੱਖਾਂ ਦੇ ਉੱਪਰ ਡਿਪੈਂਡੈਂਟ ਸੀਗਾ। ਫੂਡ ਸਿਕਿਉਰਿਟੀ ਦੇ ਵਾਸਤੇ 2% ਤੋਂ ਘੱਟ ਜਿਓਗ੍ਰਾਫੀਕਲ ਏਰੀਆ ਸਿੱਖਾਂ ਦੇ ਕੋਲ, ਪਰ ਉਹਦੇ ਬਾਵਜੂਦ ਉਹ 98% ਦਾ ਜਿਹੜਾ ਢਿੱਡ ਆ ਉਹ ਉਸ ਸਮੇਂ ਦੇ ਦੌਰਾਨ ਭਰ ਰਹੇ ਸੀ। ਜੇਕਰ ਬਾਹਰੀ ਸੁਰੱਖਿਆ ਦੀ ਗੱਲ ਕਰੋ ਤੇ ਉਹਦੇ ਵਿੱਚ ਸਿੱਖ ਰੈਜੀਮੈਂਟਾਂ ਦਾ ਇੰਡੀਅਨ ਆਰਮੀ ਦੇ ਵਿੱਚ ਬੜਾ ਵੱਡਾ ਥਾਂ ਸੀਗਾ। ਪਿੱਛੇ ਜੰਗਾਂ ਹੋ ਕੇ ਹਟੀਆਂ ਸੀਗੀਆਂ, ਉਹਦੇ ਵਿੱਚੋਂ ਇਹ ਸਾਫ਼ ਹੋ ਗਿਆ ਸੀਗਾ ਕਿ ਇਸ ਐਕਸਟਰਨਲ ਸਿਕਿਉਰਿਟੀ ਦਾ ਜਿਹੜਾ ਦਾਰੋਮਦਾਰ ਆ ਉਹਦੇ ਵਾਸਤੇ ਵੀ ਸਿੱਖਾਂ ਦੇ ਉੱਪਰ ਡਿਪੈਂਡੈਂਟ ਹੈਗਾ ਆ ਇੰਡੀਆ। ਇਕਨੋਮਿਕ ਪੱਖ ਦੀ ਆਪਾਂ ਗੱਲ ਕਰੀਏ, ਉਹਦੇ ਵਿੱਚ ਉਦੋਂ ਟਰਾਂਸਪੋਰਟ ਬਹੁਤ ਜ਼ਿਆਦਾ ਮਹੱਤਵਪੂਰਨ ਸੀ, ਅਜੇ ਵੀ ਹੈ। ਗੁਡਸ ਦੇ ਵਾਸਤੇ ਤਾਂ ਟਰਾਂਸਪੋਰਟ ਦੀ ਲੋੜ ਹੈ ਹੀ ਹੈ ਨਾ। ਸਰਵਿਸਿਜ਼ ਦੇ ਵਾਸਤੇ ਹੋ ਸਕਦਾ ਵੀ ਫੇਸਬੁੱਕ ਤੁਸੀਂ ਇੰਸਟਾਲ ਕਰ ਲਈ ਤੇ ਤੁਹਾਨੂੰ ਕੁਝ ਫਿਜ਼ੀਕਲੀ ਹੋਰ ਤੁਹਾਡੇ ਕੋਲ ਲਿਆ ਕੇ ਨਹੀਂ ਦੇਣਾ ਪੈਂਦਾ, ਪਰ ਜਿੱਥੇ ਕਮੋਡਿਟੀ ਪ੍ਰੋਡਿਊਸ ਹੋ ਰਹੀ ਸੀਗੀ ਉਹਦੇ 'ਚ ਟਰਾਂਸਪੋਰਟ ਦਾ ਬੜਾ ਵੱਡਾ ਰੋਲ ਸੀਗਾ। ਔਰ ਟਰਾਂਸਪੋਰਟ ਜਿਹੜੀ ਹੈ ਉਹ ਲਗਭਗ ਮੁਕੰਮਲ ਤੌਰ ਦੇ ਉੱਪਰ ਹੀ ਸਿੱਖ ਉਹਨੂੰ ਇੰਡੀਆ ਦੇ ਵਿੱਚ ਕੰਟਰੋਲ ਕਰਦੇ ਸੀਗੇ। ਉਸ ਤੋਂ ਇਲਾਵਾ ਜਿਹੜੀ ਇੰਡਸਟਰੀਅਲ ਪ੍ਰੋਡਕਸ਼ਨ ਹੋ ਰਹੀ ਸੀ ਉਹਦੇ ਵਿੱਚ ਵੀ ਜਿਹੜੀ ਹੋਲ ਸੇਲ ਮਾਰਕੀਟ ਹੈ, ਉਹ ਜਿਹੜੇ ਪਾਕਿਸਤਾਨ ਦੇ ਵਿੱਚੋਂ ਸਿੱਖ ਕਾਰੋਬਾਰੀ ਆਏ ਸੀ ਉਹਨਾਂ ਦਾ ਬੜਾ ਵੱਡਾ ਹਿੱਸਾ ਸੀਗਾ। ਤੇ ਇੰਡੀਆ ਦੇ ਵਿੱਚ ਸਿੱਖਾਂ ਨੇ ਆਪਣੀ ਜਿਹੜੀ ਸਿਆਸੀ ਹੈਸੀਅਤ ਆ ਉਹ ਸਰਟ ਕਰਨੀ ਸ਼ੁਰੂ ਕਰ ਦਿੱਤੀ ਸੀ। 1970ਵਿਆਂ ਦੀ ਜਿਹੜੀ ਐਮਰਜੈਂਸੀ ਦਾ ਵਿਰੋਧ ਕਰਕੇ ਉਹਨਾਂ ਨੇ ਇਸ ਖਿੱਤੇ ਦੇ ਲੋਕਾਂ ਨੂੰ ਵੀ ਦਿਖਾ ਦਿੱਤਾ ਸੀਗਾ ਕਿ ਸੈਂਟਰਲਾਈਜ਼ਿੰਗ ਫੋਰਸਿਸ ਦੇ ਖਿਲਾਫ, ਜਿਹੜੀਆਂ ਕੇਂਦਰੀ ਜਕੜ ਨੂੰ ਮਜ਼ਬੂਤ ਕਰਨ ਵਾਲੀਆਂ ਤਾਕਤਾਂ ਨੇ, ਉਹਨਾਂ ਦੇ ਖਿਲਾਫ ਸਿੱਖ ਇੱਕ ਵੱਡਾ ਸਿਆਸੀ ਧੁਰਾ ਬਣ ਸਕਦੇ ਆ ਜਿਹਦੇ ਦੁਆਲੇ ਬਾਕੀ ਤਾਕਤਾਂ ਜਿਹੜੀਆਂ ਉਹ ਆ ਕੇ ਇਕੱਠੀਆਂ ਹੋ ਸਕਦੀਆਂ। ਸੋ ਇਹ ਇੱਕ ਉਹ ਮਤਲਬ ਕੰਟੈਕਸਟ ਸੀਗਾ ਜਾਂ ਬੈਕਗਰਾਊਂਡ ਸੀਗੀ ਕਿ ਜਿਹਦੇ ਵਿੱਚੋਂ ਫਿਰ ਇੰਡੀਅਨ ਸਟੇਟ ਨੇ ਸਿੱਖ ਪ੍ਰੋਬਲਮ ਦਾ ਫਾਈਨਲ ਸੋਲਿਊਸ਼ਨ ਦੇ ਤੌਰ ਦੇ ਉੱਪਰ ਇਹ ਸਾਰਾ ਜਿਹੜਾ ਕਹਾਣ ਹੈ ਉਹ ਸਿੱਖਾਂ ਦੇ ਕਰਨ ਦੀ ਸੋਚੀ। ਦੂਜਾ ਇਹ ਹੈ ਕਿ ਜੇ ਆਪਾਂ ਇਸ ਗੱਲ ਦੀ ਗੱਲ ਕਰਦੇ ਹਾਂ ਕਿ ਇਹ ਜੈਨੋਸਾਈਡ ਨੂੰ ਇੱਕ ਵਰਤਾਰੇ ਦੇ ਤੌਰ ਤੇ ਦੇਖਦੇ ਹਾਂ ਤੇ ਆਪਾਂ ਇਹ ਮੰਨਦੇ ਹਾਂ ਕਿ ਕਿਸੇ ਵੀ ਭਾਈਚਾਰੇ ਦੀਆਂ ਜਿਹੜੀਆਂ ਜੜ੍ਹਾਂ ਨੇ ਜਾਂ ਜਿਹੜੀਆਂ ਉਹਦੀਆਂ ਬੁਨਿਆਦਾਂ ਨੇ, ਵੀ ਉਹਦੀ ਜ਼ਿੰਦਗੀ ਦੀਆਂ ਬੁਨਿਆਦਾਂ ਨੂੰ ਮੇਟਣ ਦਾ ਜੇ ਇਹ ਯਤਨ ਹੈ ਤੇ ਉਹਦੇ ਵਿੱਚ ਫੇਥ ਜਿਹੜਾ ਆ, ਤੁਹਾਡਾ ਵਿਸ਼ਵਾਸ ਆ, ਉਹ ਸਭ ਤੋਂ ਵੱਡਾ ਇੱਕ ਐਲੀਮੈਂਟ ਬਣ ਕੇ ਉੱਭਰਦਾ ਆ। ਔਰ ਸਾਡੇ ਮਾਮਲੇ ਦੇ ਵਿੱਚ ਜਿਹੜੇ ਸਾਡੇ ਫੇਥ ਦੇ ਕੇਂਦਰ ਨੇ ਉਹ ਗੁਰਦੁਆਰਾ ਸਾਹਿਬਾਨ ਨੇ। ਤੇ ਆਪਾਂ ਉੱਥੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਜਿਹੜੀ ਹੁਣ ਮਲਕੀਤ ਸਿੰਘ ਹੁਣਾਂ ਦੀ ਕਿਤਾਬ ਆਈ ਹੈ ਵੱਖ-ਵੱਖ ਗੁਰਦੁਆਰਿਆਂ ਦੇ ਉੱਪਰ
ਫੌਜੀ ਹਮਲਿਆਂ ਦੀ ਵਿਥਿਆ ਵੀ ਉਹਦੇ 'ਚ ਇਹ ਗੱਲ ਸਾਹਮਣੇ ਆਈ ਹੈ ਕਿ 65 ਦੇ ਕਰੀਬ ਗੁਰਦੁਆਰੇ ਜਿਹੜੇ ਹੈਗੇ ਆ ਘੱਟੋ ਘੱਟ ਉਹ ਪੰਜਾਬ ਤੇ ਨਾਲ ਲੱਗਦੇ ਸੂਬਿਆਂ ਦੇ ਵਿੱਚ ਜੂਨ 1984 ਦੇ ਵਿੱਚ ਇੰਡੀਅਨ ਆਰਮੀ ਦੇ ਵੱਲੋਂ ਉੱਥੇ ਹਮਲਾ ਕੀਤਾ ਗਿਆ। ਹੁਣ ਇੱਕ ਸੱਜਣ ਆਪਣੇ ਖੋਜ ਕਰ ਰਹੇ ਨੇ, ਉਹਦੇ 'ਚ ਮੁੱਢਲੇ ਤੌਰ ਦੇ ਉੱਪਰ ਇਹ ਅੰਕੜੇ ਸਾਹਮਣੇ ਆ ਰਹੇ ਆ ਕਿ ਨਵੰਬਰ 1984 ਦੇ ਵਿੱਚ 300 ਤੋਂ ਕਰੀਬ ਉੱਪਰ ਗੁਰਦੁਆਰਿਆਂ ਦੇ ਉੱਪਰ ਹਮਲਾ ਜਿਹੜਾ ਆ ਉਹ ਕੀਤਾ ਗਿਆ। ਸੋ ਇੱਕ ਵਰਤਾਰੇ ਵਜੋਂ ਫੇਥ ਦੇ ਸੈਂਟਰਸ ਦੇ ਉੱਪਰ ਹਮਲਾ ਜਿਹੜਾ ਆ ਉਹ ਦੱਸਿਆ ਕਿ ਜੇਕਰ ਇਹਦੀ ਕੇਸ ਸਟੱਡੀ ਕੀਤੀ ਜਾਵੇ, ਜੈਨੋਸਾਈਡ ਸਕਾਲਰਸ ਇਹਦਾ ਨੋਟਿਸ ਲੈਣ ਤੇ ਇਹਦੇ ਨਾਲ ਜਿਹੜੀ ਜੈਨੋਸਾਈਡ ਬਾਰੇ ਸਮਝ ਆ ਉਹ ਨਿਖਾਰਨ ਦੇ ਵਿੱਚ ਮਦਦ ਮਿਲ ਸਕਦੀ ਹੈ। ਵੀ ਸਿੱਖ ਕੇਸ ਜਿਹੜਾ ਆ ਇਸ ਕਰਕੇ ਇੱਕ ਸਟੱਡੀ ਦਾ ਸਬਬ ਹੋਣਾ ਚਾਹੀਦਾ। ਦੂਜਾ ਜਿਹੜਾ ਵੀ ਹਿਸਟੋਰੀਕਲ ਰਿਕਾਰਡ ਨੇ, ਤੁਹਾਡੀ ਇਤਿਹਾਸਕ ਜਿਹੜੇ ਦਸਤਾਵੇਜ਼ ਹੈ ਜਾਂ ਤੁਹਾਡੇ ਸੱਭਿਆਚਾਰਕ ਵਿਰਾਸਤ ਹੈ ਜਾਂ ਕੋਈ ਪਵਿੱਤਰ ਜਿਹੜੇ ਦਸਤਾਵੇਜ਼ ਹੈਗੇ ਨੇ, ਵੀ ਉਹ ਵੀ ਕਿਸੇ ਕਮਿਊਨਿਟੀ ਦੀ ਲਾਈਫ ਦਾ ਇੱਕ ਉਹਦੀ ਜੜ ਹੁੰਦੀ ਹੈ। ਤੇ ਉਹਦੇ ਵਿੱਚ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਜਿਸ ਤਰ੍ਹਾਂ ਦੇ ਨਾਲ ਤਬਾਹੀ ਕੀਤੀ ਗਈ, ਉਹਦਾ ਕੇਸ ਵੀ ਜਿਹੜਾ ਆ ਉਹ ਆਪਣੇ ਆਪ ਦੇ ਵਿੱਚ ਲਿਬਰੀਸਾਈਡ ਦੇ ਜਾਂ ਮਤਲਬ ਕਿਤਾਬ ਘਰਾਂ ਦੀ ਖੁਸ਼ੀ ਦੇ ਵਜੋਂ ਤਾਂ ਵਿਚਾਰੇ ਜਾਣਯੋਗ ਹੈ ਹੀ ਹੈ, ਪਰ ਕਿਉਂਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਦਰਬਾਰ ਸਾਹਿਬ ਦੇ ਵਿੱਚ ਸਥਾਪਿਤ ਸੀਗੀ ਔਰ ਜਿਸ ਤਰ੍ਹਾਂ ਉਹਦੇ ਵਿੱਚ ਗੁਰੂ ਸਾਹਿਬ ਦੇ ਹੱਥ ਲਿਖ ਚੀਜ਼ਾਂ ਸੀਗੀਆਂ, ਉਹਦੀ ਜਿਹੜੀ ਤਬਾਹੀ ਆ ਇਹਦੀ ਵੀ ਆਪਣੇ ਆਪ ਦੇ ਵਿੱਚ ਇੱਕ ਕੇਸ ਸਟੱਡੀ ਬਣਦੀ ਹੈ ਕਿ ਜਿਹੜੀ ਜੈਨੋਸਾਈਡ ਦੇ ਵਰਤਾਰੇ ਨੂੰ ਕੀਤਾ ਜਾ ਸਕਦਾ। ਕਿਉਂਕਿ ਅਖੀਰੀ ਅੱਛਾ ਦੂਸਰੀ ਗੱਲ ਇਹ ਆ ਵੀ ਇਹ ਦੋਵੇਂ ਚੀਜ਼ਾਂ ਜਿਹੜੀਆਂ ਨੇ ਇਹ ਫਿਜ਼ੀਕਲ ਡਿਸਟਰਕਸ਼ਨ ਦੇ ਨਾਲ ਨਾਲ ਕਿਸੇ ਵੀ ਗਰੁੱਪ ਦੀ ਜਿਹੜੀ ਕਲਚਰਲ ਡਿਸਟਰਕਸ਼ਨ ਹੈ ਉਹਨੂੰ ਵੀ ਉਜਾਗਰ ਕਰਦੀਆਂ ਨੇ, ਤੇ ਉਸ ਤੋਂ ਇਲਾਵਾ ਇਹ ਇਸ ਮਨਸ਼ਾ ਦਾ ਵੀ ਪ੍ਰਗਟਾਵਾ ਕਰਦੀਆਂ ਆ ਕਿ ਜਿਹੜੇ ਤੁਹਾਡੇ ਉੱਪਰ ਹਮਲੇ ਹੋ ਰਹੇ ਆ ਉਹ ਤੁਹਾਡਾ ਬਿਲਕੁਲ ਬੀਜ ਨਾਸ਼ ਦੇ ਵਾਸਤੇ ਜਾਂ ਨਸਲਕੁਸ਼ੀ ਦੀ ਮਨਸ਼ਾ ਦੇ ਨਾਲ ਹੋ ਰਹੇ ਆ। ਜਿਹੜੀ ਆਪਾਂ ਇਹ ਗੱਲ ਕੀਤੀ ਕਿ ਜਿਹੜਾ ਮੈਨਜ਼ਰੀਆ ਦਾ ਐਲੀਮੈਂਟ ਹੈ ਜਾਂ ਗਿਲਟੀ ਇੰਟੈਂਸ਼ਨ ਦਾ ਐਲੀਮੈਂਟ ਆ ਉਹ ਫਿਜ਼ੀਕਲ ਜੈਨੋਸਾਈਡ ਦੇ ਵਾਸਤੇ ਜ਼ਰੂਰੀ ਹੈਗਾ। ਇਸੇ ਤਰ੍ਹਾਂ ਹੀ ਗੁਰਤੇਜ ਸਿੰਘ ਜੀ ਜਿਹੜੀਆਂ ਇਤਿਹਾਸਕ ਯਾਦਾਂ ਨੇ, ਇਤਿਹਾਸਕ ਯਾਦਾਂ ਵੀ ਇੱਕ ਉਹ ਬੁਨਿਆਦ ਹੈਗੀ ਹੈ ਜਿਹਦੇ ਉੱਪਰ ਭਾਈਚਾਰਿਆਂ ਦੀ ਜ਼ਿੰਦਗੀ ਜਿਹੜੀ ਆ ਉਹ ਡਿਪੈਂਡ ਕਰਦੀ ਹੈ। ਤੇ ਜਿਸ ਤਰੀਕੇ ਦੇ ਨਾਲ ਇੰਡੀਅਨ ਸਟੇਟ ਦੇ ਵੱਲੋਂ ਪੂਰਾ ਆਪਾਂ ਕਹੀਏ ਵੀ ਅੱਡੀ ਬੋਦੀ ਦਾ ਜ਼ੋਰ ਲਾਇਆ ਗਿਆ, ਜਿਹਦੇ ਤੱਥ ਵੀ ਹੁਣ ਸਾਹਮਣੇ ਆ ਚੁੱਕੇ ਹੈ ਕਿ ਜਿਹੜੇ ਦਰਬਾਰ ਸਾਹਿਬ ਦੇ ਉੱਪਰ ਜਾਂ ਹੋਰਨਾਂ ਗੁਰਦੁਆਰਾ ਸਾਹਿਬਾਨ ਤੇ ਹਮਲਾ ਹੋਇਆ ਸੀਗਾ ਉਹਦੇ ਮੁਕੰਮਲ ਤੌਰ ਦੇ ਉੱਪਰ ਨਿਸ਼ਾਨ ਜਿਹੜੇ ਆ ਉਹ ਮੇਟ ਦਿੱਤੇ ਗਏ ਆ। ਸੋ ਇਹ ਇਤਿਹਾਸਕ ਯਾਦਾਂ ਤੋਂ ਮਰਹੂਮ ਕਰਨ ਦਾ ਇੱਕ ਅਮਲ ਹੈਗਾ ਆ। ਜਾਂ ਤੁਸੀਂ ਦੇਖ ਲਓ ਕਿ ਪੰਜਾਬ ਦੇ ਵਿੱਚ ਜਿਹੜੀਆਂ ਸਿੱਖਾਂ ਦੇ ਨਾਲ ਜੁੜੀਆਂ ਹੋਈਆਂ, ਸਿੱਖ ਰਾਜ ਨਾਲ ਖਾਸ ਕਰਕੇ ਜਿਹੜੀਆਂ ਜੁੜੀਆਂ ਹੋਈਆਂ ਵਿਰਾਸਤੀ ਚੀਜ਼ਾਂ ਸੀਗੀਆਂ, ਉਹਨਾਂ ਦਾ ਵੀ ਆਪਾਂ ਦੇਖ ਸਕਦੇ ਹਾਂ। ਜਾਂ ਹਮਲੇ ਦੇ ਵਿੱਚ ਖਾਸ ਕਰਕੇ ਜਿਸ ਤਰੀਕੇ ਦੇ ਨਾਲ ਉਸ ਤੋਂ ਬਾਅਦ ਦੇ ਵਿੱਚ ਅਕਾਲ ਤਖਤ ਸਾਹਿਬ ਦਾ ਜਾਣਦੇ ਆ ਜ਼ਿਆਦਾਤਰ ਲੋਕ, ਪਰ ਹੁਣ ਜਿਹੜੇ ਅੰਕੜੇ ਸਾਹਮਣੇ ਆਏ ਉਹਨਾਂ ਦੇ ਮੁਤਾਬਕ ਤੁਸੀਂ ਦੇਖੋਗੇ ਈਵਨ ਦੂਖ ਨਿਵਾਰਨ ਸਾਹਿਬ ਜਾਂ ਹੋਰਨਾਂ ਥਾਵਾਂ ਦੇ ਉੱਪਰ ਵੀ ਇਸ ਤਰ੍ਹਾਂ ਹੋਇਆ। ਸੋ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਅਜਿਹਾ ਪੱਖ ਹੈਗਾ ਆ ਜਿਹਨੂੰ ਵਿਚਾਰਿਆ ਜਾਵੇ ਤੇ ਜੈਨੋਸਾਈਡ ਦੇ ਵਰਤਾਰੇ ਨੂੰ ਬਿਹਤਰ ਸਮਝਿਆ ਜਾ ਸਕਦਾ ਆ। ਫਿਰ ਇਹ ਨੁਕਤਾ ਵੀ ਆਪਾਂ ਉੱਥੇ ਇਸ ਗੱਲ ਦਾ ਉਭਾਰਿਆ ਕਿ ਜਿਹੜੀ ਭਾਈਚਾਰਿਆਂ ਦੀ ਮਤਲਬ ਉਹਨਾਂ ਦੇ ਸੋਸ਼ਲ ਤੇ ਪੋਲੀਟੀਕਲ ਇੰਸਟੀਟਿਊਸ਼ਨ ਹੁੰਦੇ ਆ, ਉਹ ਵੀ ਇੱਕ ਅਜਿਹੀ ਜੜ ਹੁੰਦੀ ਹੈ ਜਿਹਦੇ ਰਾਹੀਂ ਭਾਈਚਾਰਾ ਆਪਣੀ ਜ਼ਿੰਦਗੀ ਨੂੰ ਅੱਗੇ ਚੱਲਦੀ ਰੱਖਦਾ ਆ। ਬੇਸ਼ੱਕ ਇੰਡੀਅਨ ਸਟੇਟ ਨੇ ਸਿੱਖ ਇੰਸਟੀਟਿਊਸ਼ਨ ਜਿਹੜੇ ਪੋਲੀਟੀਕਲ ਤੇ ਸੋਸ਼ਲ ਸੀਗੇ ਉਹਨਾਂ ਨੂੰ ਫਿਜ਼ੀਕਲੀ ਉਸ ਤਰ੍ਹਾਂ ਨਹੀਂ ਖਤਮ ਕੀਤਾ, ਪਰ ਜਿੰਨੀ ਵੱਡੀ ਪੱਧਰ ਦੇ ਉੱਪਰ ਸਟੇਟ ਨੇ ਆਪਣਾ ਇਨਫਲੂਐਂਸ ਤੇ ਇੱਕ ਕੋਰਸਿਵ ਕੰਟਰੋਲ ਸਥਾਪਿਤ ਕੀਤਾ ਹੋਇਆ ਆ। ਜਿਸ ਤਰ੍ਹਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਕਿਰਦਾਰ ਦੇ ਵਿੱਚ ਤਬਦੀਲੀ ਲਿਆਂਦੀ ਗਈ ਹੈ, ਉਹ ਜਿਹੜਾ ਸਟੇਟ ਕਿਸ ਤਰ੍ਹਾਂ ਮਤਲਬ ਭਾਈਚਾਰਿਆਂ ਦੇ ਅਦਾਰਿਆਂ ਨੂੰ ਕੰਟਰੋਲ ਕਰਕੇ ਉਸੇ ਕਮਿਊਨਿਟੀ ਦੀ ਪਛਾਣ ਨੂੰ ਖੋਰਾ ਲਾਉਣ ਦੇ ਵਾਸਤੇ ਵਰਤਣਾ ਸ਼ੁਰੂ ਕਰ ਦਿੰਦਾ ਜਾਂ ਉਹਦੀਆਂ ਇਤਿਹਾਸਕ ਯਾਦਾਂ ਨੂੰ ਮੇਟਣਾ ਸ਼ੁਰੂ ਕਰ ਦਿੰਦਾ, ਵੀ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਇਸ ਪੱਖ ਤੋਂ ਨਸਲਕੁਸ਼ੀ ਦੇ ਵਰਤਾਰੇ ਦੇ ਵਿੱਚ ਇੱਕ ਕੇਸ ਸਟੱਡੀ ਦਾ ਸਬੱਬ ਬਣਨਾ ਚਾਹੀਦਾ ਹੈ ਕਿ ਤਾਂ ਕਿ ਇਹਦੇ ਬਾਰੇ 'ਚ ਬਿਹਤਰ ਸਮਝ ਜਿਹੜੀ ਆ ਉੱਭਰ ਕੇ ਸਾਹਮਣੇ ਆ ਸਕੇ। ਫਿਰ ਇੱਕ ਸੱਭਿਆਚਾਰਕ ਨਸਲਕੁਸ਼ੀ ਦੇ ਨਾਲ ਜੁੜਿਆ ਹੋਇਆ ਮਸਲਾ ਸੀਗਾ ਜਿਹੜਾ ਇਸ ਪਰਚੇ ਦੇ ਵਿੱਚ ਉਜਾਗਰ ਕੀਤਾ ਗਿਆ, ਜਿਹਦੇ ਵਿੱਚ ਇਹ ਗੱਲ ਸੀਗੀ ਕਿ ਰੇਫਿਲ ਲੈਮਕਿਨ ਨੇ ਇਹ ਗੱਲ ਕਹੀ ਸੀ ਕਿ ਜੈਨੋਸਾਈਡ 2 ਫੇਜ਼ਿਸ ਦੇ ਵਿੱਚ ਵਾਪਰਦਾ ਆ। ਵੀ ਪਹਿਲਾ ਕਿ ਡਿਸਟਰਕਸ਼ਨ ਆਫ ਨੈਸ਼ਨਲ ਪੈਟਰਨ ਆਫ ਦਾ ਓਪਰੈਸਡ ਗਰੁੱਪ, ਇੰਪੋਜੀਸ਼ਨ ਆਫ ਨੈਸ਼ਨਲ ਪੈਟਰਨ ਆਫ ਦਾ ਓਪਰੈਸਰ, ਕਿ ਪਹਿਲਾਂ ਤੁਸੀਂ ਜਿਹੜੀ ਤਰਜੇ ਜ਼ਿੰਦਗੀ ਆ ਟਾਰਗੇਟਡ ਗਰੁੱਪ ਦੀ ਉਹਨੂੰ ਤਬਾਹ ਕਰਦੇ ਹੋ ਤੇ ਫਿਰ ਆਪਣੀ ਤਰਜੇ ਜ਼ਿੰਦਗੀ ਜਿਹੜੀ ਹੈ ਉਹ ਥੋਪਦੇ ਹੋ।
ਉਹਦੇ ਵਿੱਚ ਇਹ ਗੱਲ ਲਿਆਂਦੀ ਕਿ ਜੇਕਰ ਨੋਮਿਕ ਲੇਨ ਦਾ ਜਿਹੜੀ ਸ਼ੌਕ ਡਾਕਟਰਾਈਨ ਕਾਫੀ ਇਸ ਕਿਤਾਬ ਦਾ ਜਿਹੜਾ ਜ਼ਿਕਰ ਹੈ ਉਹ ਹੁੰਦਾ ਆ, ਤੇ ਜੇਕਰ ਆਪਾਂ ਉਹਦੇ ਵਿੱਚ ਇਹਨੂੰ ਸ਼ਾਮਲ ਕਰ ਲਈਏ ਨੋਮਿਕ ਲੇਨ ਦੀ ਕਹੀ ਹੋਈ ਗੱਲ ਨੂੰ, ਸ਼ੌਕ ਡਾਕਟਰਾਈਨ ਵਾਲੀ ਨੂੰ, ਫਿਰ ਆਪਾਂ ਇਸ ਗੱਲ ਦਾ ਤਸੱਵੁਰ ਕਰ ਸਕਦੇ ਹਾਂ ਕਿ ਇਹ ਵਾਪਰਦਾ ਕਿਵੇਂ ਹੈ। ਜਦੋਂ ਪਹਿਲਾਂ ਕਿਸੇ ਭਾਈਚਾਰੇ ਦੇ ਉੱਪਰ ਸਰੀਰਕ ਤੌਰ ਦੇ ਉੱਪਰ ਹਮਲਾ ਹੁੰਦਾ, ਜਦੋਂ ਉਸ ਹਮਲੇ ਤੋਂ ਨਪੀੜਿਆ ਹੋਇਆ ਉਹ ਗਰੁੱਪ ਸ਼ੌਕ ਦੇ ਵਿੱਚ ਹੁੰਦਾ ਆ, ਫਿਰ ਉਹਦੇ ਵਿੱਚ ਸੱਭਿਆਚਾਰਕ ਤਬਦੀਲੀ ਦਾ ਜਿਹੜਾ ਅਮਲ ਹੈ ਉਹ ਠੋਸਿਆ ਜਾਂਦਾ। ਕਿ ਜਦੋਂ 80ਵਿਆਂ ਦੇ ਮੱਧ ਤੋਂ ਸ਼ੁਰੂ ਹੋ ਕੇ 90ਵਿਆਂ ਦੇ ਸ਼ੁਰੂ ਤੱਕ ਸਿੱਖਾਂ ਦੇ ਉੱਪਰ ਸਰੀਰਕ ਤਸ਼ੱਦਦ ਦੀ ਇੰਤਹਾ ਕਰ ਦਿੱਤੀ ਗਈ, ਉਦੋਂ ਇੰਡੀਅਨ ਸਟੇਟ ਨੇ ਪੰਜਾਬ ਦੇ ਵਿੱਚ ਸੱਭਿਆਚਾਰਕ ਘੁਸਪੈਠ ਦਾ ਆਪਣਾ ਪੈਂਤੜਾ ਜਿਹੜਾ ਆ ਉਹ ਅਮਲ ਦੇ ਵਿੱਚ ਲਿਆਂਦਾ, ਜਿਹਦੇ 'ਚ ਆਪਾਂ ਸਾਰੇ ਜਾਣਦੇ, ਹੁਣ ਤਾਂ ਬਹੁਤ ਸਾਰੇ ਇਹਦੇ ਬਾਰੇ ਦੇ ਵਿੱਚ ਪੱਖ ਸਾਹਮਣੇ ਆ ਚੁੱਕੇ ਆ ਕਿ ਉਦੋਂ ਪੰਜਾਬ ਪੁਲਿਸ ਨੇ ਆਪਣਾ ਇੱਕ ਸੱਭਿਆਚਾਰਕ ਵਿੰਗ ਬਣਾਇਆ। ਉਸ ਵਿੰਗ ਦੇ ਰਾਹੀਂ ਪਿੰਡਾਂ ਦੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਜਾਂ ਅਖਾੜੇ ਜਿਹੜੇ ਆ ਉਹ ਲਵਾਉਣ ਦਾ ਜਿਹੜਾ ਅਮਲ ਹੈ ਉਹ ਸ਼ੁਰੂ ਕੀਤਾ। ਉਸ ਤਰ੍ਹਾਂ ਦੇ ਗਾਇਕਾਂ ਨੂੰ ਉਭਾਰਿਆ ਗਿਆ ਜਿਹੜੇ ਨਸ਼ਿਆਂ ਦੇ ਪ੍ਰਚਲਨ ਨੂੰ ਉਭਾਰ ਰਹੇ ਸੀ। ਸੋ ਉਹਦੇ ਵਿੱਚ ਇੰਡੀਆ ਨੇ ਇਹ ਕੋਸ਼ਿਸ਼ ਕੀਤੀ ਕਿ ਆਪਾਂ ਆਪਣੀ ਇੱਕ ਖਾਸ ਤਰ੍ਹਾਂ ਦੀ ਜਿਹੜੀ ਤਰਜੇ ਜ਼ਿੰਦਗੀ ਹੈ, ਜਿਹੜੀ ਸਿੱਖੀ ਵੈਲਿਊਜ਼ ਤੋਂ ਟੁੱਟੀ ਹੋਈ ਹੋਵੇ, ਵੀ ਪੰਜਾਬ ਦੇ ਲੋਕ ਜਿਹੜੇ ਹੁਣ ਨਪੀੜੇ ਹੋਏ ਨੇ ਜਾਂ ਸ਼ੌਕ ਡਾਕਟਰਾਈਨ ਦੀ ਥਿਊਰੀ ਦੇ ਮੁਤਾਬਕ ਸ਼ੌਕ ਦੇ ਵਿੱਚ ਨੇ, ਵੀ ਇਸ ਸਮਾਜ ਦੇ ਵਿੱਚ ਹੁਣ ਇਸ ਤਰ੍ਹਾਂ ਦੀਆਂ ਵੱਡੀਆਂ ਤਬਦੀਲੀਆਂ ਲਿਆਉਣ ਦੀ ਥਾਂ ਪਈ ਹੈ। ਔਰ ਕਿਵੇਂ ਉਹਨਾਂ ਨਸ਼ਿਆਂ ਦੇ ਪ੍ਰਚਲਨ ਵਾਲੇ ਗੀਤ ਗਾਉਣ ਵਾਲੇ ਗਾਇਕਾਂ ਨੂੰ ਉਭਾਰਿਆ ਗਿਆ, ਉਹਦਾ ਵੀ ਹੁਣ ਮਤਲਬ ਨਤੀਜਾ ਆਪਾਂ ਦੇਖ ਸਕਦੇ ਹਾਂ ਕਿ ਪਿਛਲੀ ਪੀੜ੍ਹੀ ਜਿਹੜੀ ਰਹੀ ਹੈ ਉਹਦਾ ਕਿੰਨਾ ਵੱਡਾ ਹਿੱਸਾ ਜਿਹੜਾ ਆ ਉਹ ਨਸ਼ਿਆਂ ਦੀ ਗ੍ਰਿਫਤ ਦੇ ਵਿੱਚ ਆਇਆ। ਸੋ ਇਸ ਤਰੀਕੇ ਦੇ ਨਾਲ ਇਹ ਸਾਰੀ ਕਲਚਰਲ ਇਨਵੇਜਨ ਦੀ ਪਾਲਿਸੀ ਜਿਹੜੀ ਹੈ ਉਹ ਵਾਪਰੀ। ਫਿਰ ਪੰਜਾਬ ਦੇ ਕੁਦਰਤੀ ਸਾਧਨਾਂ ਦੀ ਲੁੱਟ ਦਾ ਮਸਲਾ ਵੀ ਦੱਸਿਆ ਗਿਆ ਕਿ ਇਸ ਤਰ੍ਹਾਂ ਇਕਨੋਮਿਕ ਸਬਜੂਗੇਸ਼ਨ ਹੈ ਜਿਹੜੀ ਪੰਜਾਬ ਦੀ, ਉਹਨੇ ਕਿਸ ਤਰ੍ਹਾਂ ਪੰਜਾਬ ਦੇ ਆਬੋ ਹਵਾ ਨੂੰ ਦੂਸ਼ਿਤ ਕਰਨ ਵੱਲ ਨੂੰ ਲੈ ਕੇ ਗਈ ਹੈ। ਇਹ ਸਾਰਾ ਕੁਝ ਬੇਸ਼ੱਕ ਇਹ ਨਸਲਕੁਸ਼ੀ ਦੇ ਵਰਤਾਰੇ ਦੀ ਕਾਨੂੰਨੀ ਡੈਫੀਨੇਸ਼ਨ ਦੇ ਵਿੱਚ ਸ਼ਾਮਲ ਨਾ ਹੁੰਦਾ ਹੋਵੇ ਜੀ, ਪਰ ਇਹ ਨਸਲਕੁਸ਼ੀ ਦੇ ਵਰਤਾਰੇ ਦੇ ਵਿੱਚ ਜ਼ਰੂਰ ਇਹਦੀ ਸਟੱਡੀ ਜਿਹੜੀ ਹੈ ਉਹ ਆਉਂਦੀ ਹੈ, ਕਿਉਂਕਿ ਅਲਟੀਮੇਟਲੀ ਇਹ ਸਾਰਾ ਕੁਝ ਦਾ ਨਤੀਜਾ ਇਹ ਨਿਕਲ ਰਿਹਾ ਕਿ ਟਾਰਗੇਟਡ ਭਾਈਚਾਰੇ ਦੀਆਂ ਜਿਹੜੀਆਂ ਜੀਵਨ ਦੀਆਂ ਬੁਨਿਆਦਾਂ ਨੇ ਉਹਨਾਂ ਨੂੰ ਖੋਰਾ ਲੱਗ ਰਿਹਾ। ਸੋ ਇਸ ਪ੍ਰੈਜੈਂਟੇਸ਼ਨ ਤੋਂ ਬਾਅਦ ਫਿਰ ਜਿਹੜੇ ਹੈਨਰੀ, ਜਿਹੜੇ ਮੈਂ ਜ਼ਿਕਰ ਕੀਤਾ ਕਿ ਸਾਬਕਾ ਪ੍ਰਧਾਨ ਵੀ ਸੀਗੇ ਇਸ IAGS ਦੇ, ਉਹਨਾਂ ਦੇ ਵੱਲੋਂ ਸਾਨੂੰ ਸਾਡਾ ਜਿਹੜਾ ਪੈਨਲ ਸੀਗਾ, ਸਿੱਖ ਪੈਨਲ ਜਾਂ ਪੰਜਾਬ ਪੈਨਲ ਕਹਿ ਸਕਦੇ ਹਾਂ, ਉਹਨੂੰ ਇਸ ਗੱਲ ਦਾ ਸੱਦਾ ਦਿੱਤਾ ਗਿਆ ਕਿ ਤੁਸੀਂ ਜਿਹੜੀ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਜੈਨੋਸਾਈਡ ਸਕਾਲਰਸ ਦੀ ਕੈਰੀਕੁਲਮ ਵਰਕਿੰਗ ਗਰੁੱਪ ਹੈਗਾ ਆ, ਵੀ ਉਹਦੇ ਵਿੱਚ ਸ਼ਮੂਲੀਅਤ ਕਰੋ ਕਿ ਇਹ ਜਿਹੜਾ ਕੇਸ ਆ ਇਹਨੂੰ ਮਲਟੀਪਲ ਰੀਜ਼ਨਸ ਦੇ ਵਾਸਤੇ ਉਹਦੇ ਵਿੱਚ ਕੇਸ ਸਟੱਡੀ ਦੇ ਤੌਰ ਦੇ ਉੱਪਰ ਸ਼ਾਮਲ ਕਰਨ ਦੇ ਬਾਰੇ ਦੇ ਵਿੱਚ ਅਸੀਂ ਸੋਚਦੇ ਹਾਂ ਜੀ। ਮੈਂ ਅਖੀਰ ਤੇ ਹੀ ਸਵਾਲ ਕਰਨਾ ਚਾਹੁੰਦਾ ਸੀ, ਉਹਦਾ ਤੁਸੀਂ ਆਨਸਰ ਕਰ ਹੀ ਦਿੱਤਾ ਕਿ ਇਸ ਨੂੰ ਕਿਸੇ ਜਰਨਲ ਰੂਪ ਦੇ ਵਿੱਚ, ਕਿਸੇ ਜਰਨਲ ਦੇ ਵਿੱਚ ਛਾਪਿਆ ਜਾਵੇਗਾ, ਕੋਈ ਕਿਤਾਬ ਦੇ ਰੂਪ ਦੇ ਵਿੱਚ, ਜਾਂ ਕਿਤੇ, ਜਾਂ ਪਾਰਟੀਕੂਲਰ ਸੈਮੀਨਾਰ ਦੀ ਆਪਾਂ ਗੱਲ ਕਰ ਲਈ, ਇਹਨੂੰ ਵੀਡੀਓ ਰੂਪ ਦੇ ਵਿੱਚ ਕਿਤੇ ਪਬਲਿਸ਼ ਉਹਨਾਂ ਨੇ ਕੀਤਾ ਗਿਆ, ਜਾਂ ਫੋਲੋ ਅਪ ਕੀ ਹੋਵੇਗਾ? ਦੇਖੋ, ਇਹਦੇ 'ਚ ਇੱਕ ਤਾਂ ਇਹ ਹੈ ਕਿ ਉਹ ਕਾਨਫਰੰਸ ਦੀ ਜਿਹੜੀ ਰਿਕਾਰਡਿੰਗ ਆ ਉਹ ਵੈਬਸਾਈਟ ਦੇ ਉੱਪਰ ਆਊਗੀ, ਪਰ ਉਹ ਜਿਹੜੇ ਰਜਿਸਟਰਡ ਸੀਗੇ ਇਹਦੇ ਵਾਸਤੇ, ਕਾਨਫਰੰਸ ਦੇ ਵਾਸਤੇ, ਸਕਾਲਰਸ ਜਾਂ ਐਕਟਿਵਿਸਟ, ਉਹ ਦੇਖ ਸਕਣਗੇ। ਦੂਸਰਾ ਇਹ ਹੈ ਕਿ ਕੈਰੀਕੁਲਮ ਕਮੇਟੀ ਦੇ ਨਾਲ ਹੁਣ ਅਸੀਂ ਜਿਹੜੀ ਉਹ ਹੈ ਉਹਨਾਂ ਦੇ ਨਾਲ ਤਾਲਮੇਲ ਜਿਹੜਾ ਆ ਉਹ ਸ਼ੁਰੂ ਕੀਤਾ ਆ, ਤੇ ਜਿਸ ਤਰ੍ਹਾਂ ਉਹਨਾਂ ਦੀ ਟਿੱਪਣੀ ਸੀਗੀ ਕਿ ਦੇਰ ਆਰ ਮਲਟੀਪਲ ਰੀਜ਼ਨਸ ਟੂ ਇਨਕਲੂਡ ਦਿਸ ਕੇਸ, ਤੇ ਉਹਦੇ ਤੋਂ ਅਸੀਂ ਤਾਂ ਇਸ ਗੱਲ ਤੋਂ ਆਸਵੰਦ ਹੈਗੇ ਆ ਕਿ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੀ ਸੰਭਾਵਨਾ ਹੈਗੀ ਹੈ ਕਿ ਇਸ ਸੰਸਥਾ ਦੇ ਵੱਲੋਂ ਸਿੱਖ ਜੈਨੋਸਾਈਡ ਦੀ ਸਟੱਡੀ ਦੇ ਨੂੰ ਆਪਣੇ ਜਿਹੜਾ ਉਹ ਇੱਕ ਜੈਨੋਸਾਈਡ ਸਟੱਡੀਜ਼ ਦਾ ਸਿਲੇਬਸ ਬਣਾ ਰਹੇ ਨੇ, ਉਹਦੇ ਵਿੱਚ ਉਹ ਸ਼ਾਮਲ ਕਰ ਸਕਦੇ ਆ, ਕਿਉਂਕਿ ਉਹ ਕਾਫੀ ਪੋਜ਼ਿਟਿਵ ਸੀਗੇ ਇਸ ਪੱਖ ਤੋਂ। ਤੇ ਉਹਨੇ ਕਿਹਾ ਕਿ ਬਹੁਤ ਸਾਰੇ ਕਾਰਨਾਂ ਕਰਕੇ ਇਹਨੂੰ ਸ਼ਾਮਲ ਕਰਨ ਦਾ ਆਧਾਰ ਜਿਹੜਾ ਆ ਉਹ ਬਣਦਾ ਆ, ਪਰ ਕਿਉਂਕਿ ਅਜੇ ਕਾਨਫਰੰਸ ਚੱਲ ਰਹੀ ਸੀ, ਇਸ ਕਰਕੇ ਵਰਕਿੰਗ ਗਰੁੱਪ ਦੀ ਜਿਹੜੀ ਮੀਟਿੰਗ ਆ ਉਹਦੇ ਵਿੱਚ ਹੁਣ ਅਸੀਂ ਸ਼ਮੂਲੀਅਤ ਕਰਾਂਗੇ। ਉਹਦੀ ਆਊਟਕਮ ਜਿਹੜੀ ਆ ਉਹਦੇ ਪ੍ਰਤੀ ਆਸਵੰਦ ਆਪਾਂ ਨੂੰ ਜਿਹੜਾ ਹੈਗਾ ਉਹ ਜ਼ਰੂਰ ਹੋਣਾ ਚਾਹੀਦਾ। ਬਾਕੀ ਇਹ ਵੀ ਮੈਂ ਚਾਹੁੰਦਾ ਕਿ ਜਿਹੜੇ ਕੋਈ ਆਪਣੇ ਸੁਣ ਰਹੇ ਸਰੋਤੇ ਜਾਂ ਦਰਸ਼ਕ ਹੈਗੇ ਨੇ, ਕਿ ਜੈਨੋਸਾਈਡ ਸਟੱਡੀਜ਼ ਐਂਡ ਪ੍ਰੀਵੈਂਸ਼ਨ ਨਾਂ ਦਾ ਜਿਹੜਾ ਜਰਨਲ ਹੈ ਉਹ ਓਪਨ ਸੋਰਸ ਹੈ। ਇੰਟਰਨੈਸ਼ਨਲ ਐਸੋਸੀਏਸ਼ਨ ਫਾਰ ਜੈਨੋਸਾਈਡ ਸਕਾਲਰਸ ਦੀ ਵੈਬਸਾਈਟ ਹੈ ਜਿਹੜੀ, ਉਹਦੇ ਉੱਪਰੋਂ ਉਹਦੇ ਜਿਹੜੇ ਪਿਛਲੇ ਅੰਕ ਆ ਉਹ ਵੀ ਹਾਸਲ ਕੀਤੇ ਜਾ ਸਕਦੇ ਆ। ਔਰ ਇਸ ਜਿਹੜੇ 5 ਦਿਨਾਂ ਦੀ ਕਾਨਫਰੰਸ ਚੱਲੀ ਹੈ, ਇਹਦੇ ਵਿੱਚ ਇੱਕ ਸੈਸ਼ਨ ਜਿਹੜਾ ਆ ਉਹ ਜੈਨੋਸਾਈਡ ਸਟੱਡੀਜ਼ ਐਂਡ ਪ੍ਰੀਵੈਂਸ਼ਨ ਦੇ
ਜਰਨਲ ਦੇ ਉੱਪਰ ਹੀ ਸੀਗਾ, ਜਿਹੜਾ ਕਿ ਇੱਕ ਬਕਾਇਦਾ ਰਿਪਿਊਟਡ ਐਕੈਡੈਮਿਕ ਜਰਨਲ ਹੈਗਾ ਆ, ਪੀਅਰ ਰਿਵਿਊਡ। ਉਹਦੇ ਵਿੱਚ ਜਿਹੜੇ ਉਹਦੇ ਮੌਜੂਦਾ ਸੰਚਾਲਕ ਨੇ ਉਹ ਸੀਗੇ, ਔਰ ਉਹਨਾਂ ਨੇ ਕਾਫੀ ਜ਼ਿਆਦਾ ਨਵੇਂ ਜਿਹੜੇ ਸਕਾਲਰਸ ਨੇ ਜਾਂ ਇਸ ਮਾਮਲੇ 'ਚ ਪੜ੍ਹਨ ਵਾਲੇ ਵਿਦਿਆਰਥੀ ਆ, ਉਹਨਾਂ ਨੇ ਇਨਕਰੇਜ ਕੀਤਾ ਕਿ ਤੁਸੀਂ ਆਪਣੇ ਪੇਪਰ ਜਿਹੜੇ ਆ ਉਹ ਕਹਿੰਦੇ ਕਿ ਸਾਨੂੰ ਭੇਜੋ। ਇਹ ਗੱਲ ਠੀਕ ਹੈ ਕਿ ਉਹ ਉਹਦੇ ਅਕਾਦਮਿਕ ਮਿਆਰ ਨੂੰ ਚੈੱਕ ਕਰਨਗੇ ਕਿ ਪ੍ਰੋਪਰ ਰੈਫਰੈਂਸਿੰਗ ਹੈ ਜਾਂ ਕਿਸ ਤਰ੍ਹਾਂ ਆ, ਜਾਂ ਤੁਹਾਡੀ ਜਿਹੜੀ ਤੁਹਾਡਾ ਪੇਪਰ ਆ ਉਹ ਨਵਾਂ ਉਸ ਨੌਲੇਜ ਦੇ ਵਿੱਚ ਕੀ ਕੰਟਰੀਬਿਊਟ ਕਰ ਰਿਹਾ ਆ। ਪਰ ਜੇਕਰ ਕੇਸ ਸਟੱਡੀਜ਼ ਦੇ ਤੌਰ ਦੇ ਉੱਪਰ ਸਿੱਖ ਜੈਨੋਸਾਈਡ ਨਾਲ ਸੰਬੰਧਿਤ ਪੱਖਾਂ ਨੂੰ ਐਕੈਡੈਮਿਕ ਤੌਰ ਦੇ ਉੱਪਰ ਡਿਵੈਲਪ ਕਰਕੇ ਜਿਹੜੇ ਅਕਾਦਮਿਕਤਾ ਦੇ ਵਿੱਚ ਆਪਣੇ ਨੌਜਵਾਨ ਹੈਗੇ ਆ ਉਹ ਭੇਜਣ, ਤਾਂ ਉਹਨਾਂ ਨੇ ਇਸ ਗੱਲ ਦਾ ਵੀ ਕਿਹਾ ਕਿ ਜੇਕਰ ਕੋਈ ਕਮੀ ਪੇਸ਼ੀ ਵੀ ਹੋਊਗੀ ਤੇ ਅਸੀਂ ਗਾਈਡ ਕਰਾਂਗੇ ਜਿਹੜੇ ਨਵੇਂ ਸਕਾਲਰ ਆ, ਕਿ ਅਸੀਂ ਉਹਨਾਂ ਨੂੰ ਗਾਈਡ ਕਰਦੇ ਆ ਕਿ ਉਹ ਕਿਸ ਤਰ੍ਹਾਂ ਉਹਨਾਂ ਕਮੀਆਂ ਨੂੰ ਦੂਰ ਕਰ ਸਕਦੇ ਨੇ। ਕਿ ਜੇਕਰ ਤੁਹਾਡਾ ਪਹਿਲੀ ਅਟੈਂਪਟ ਤੇ ਰਿਜੈਕਟ ਵੀ ਹੁੰਦਾ ਤਾਂ ਅਸੀਂ ਤੁਹਾਨੂੰ ਬਕਾਇਦਾ ਫੀਡਬੈਕ ਦੇਵਾਂਗੇ, ਉਸ ਫੀਡਬੈਕ ਦੇ ਆਧਾਰ ਦੇ ਉੱਪਰ ਤੁਸੀਂ ਆਪਣਾ ਪੇਪਰ ਇੰਪਰੂਵ ਕਰਕੇ ਦੁਬਾਰਾ ਵੀ ਭੇਜ ਸਕਦੇ ਹੋ। ਸੋ ਮੈਂ ਵੀ ਇਹ ਚਾਹੂੰਗਾ ਕਿ ਜਿਹੜੇ ਕੋਈ ਨੌਜਵਾਨ ਆਪਣੇ ਸਿੱਖ ਸਕਾਲਰਸ ਹੈਗੇ ਨੇ ਜਿਹੜੇ ਜੈਨੋਸਾਈਡ ਸਟੱਡੀਜ਼ ਦੇ ਵਿੱਚ ਇੰਟਰਸਟ ਰੱਖਦੇ ਹੋਣ, ਕਿ ਉਹਨਾਂ ਨੂੰ ਜ਼ਰੂਰ ਇੰਟਰਨੈਸ਼ਨਲ ਐਸੋਸੀਏਸ਼ਨ ਫਾਰ ਜੈਨੋਸਾਈਡ ਸਕਾਲਰਸ ਦੀ ਵੈਬਸਾਈਟ ਦੇ ਉੱਪਰ ਜਾ ਕੇ ਦੇਖਣਾ ਚਾਹੀਦਾ। ਔਰ ਆਪਣੀ ਜਿਹੜੀ ਖੋਜ ਹੈ, ਕਿਉਂਕਿ ਇੰਗਲੈਂਡ ਦੇ ਵਿੱਚ ਮੈਨੂੰ ਪਤਾ ਹੈ ਕਿ ਇੱਕ ਨੌਜਵਾਨ ਸੀਗਾ ਜਿਹਨੇ ਆਪਣਾ MA ਦਾ ਜਿਹੜਾ ਉਹਨੇ ਡੈਜ਼ਰਟੇਸ਼ਨ ਸਬਮਿਟ ਕਰਨਾ ਸੀਗਾ, ਉਹਨੇ ਸਿੱਖ ਜੈਨੋਸਾਈਡ ਦੇ ਉੱਪਰ ਹੀ ਕੀਤਾ ਸੀ। ਸੋ ਜੇਕਰ ਉਹਨਾਂ ਨੂੰ ਇੱਕ ਐਕੈਡੈਮਿਕ ਪੇਪਰਸ ਦਾ ਰੂਪ ਦੇ ਕੇ ਭੇਜਿਆ ਜਾਵੇ ਤਾਂ ਇਹ ਗੱਲ ਹੈ ਆ ਕਿ ਇਹ ਮੰਚ ਜਿਹੜੇ ਨੇ ਆਪਾਂ ਹਾਲੀ ਤੱਕ ਇਹਨਾਂ ਤੱਕ ਆਪਣੀ ਰਸਾਈ ਨਹੀਂ ਸੀ ਕੀਤੀ। ਇਹ ਪਹਿਲੀ ਵਾਰ ਹੀ ਮੇਰੀ ਜਾਣਕਾਰੀ ਦੇ ਵਿੱਚ ਇਸ ਤਰ੍ਹਾਂ ਦਾ ਉੱਦਮ ਹੋਇਆ ਆ। ਹੋ ਸਕਦਾ ਕੋਈ ਪਹਿਲਾਂ ਹੋਇਆ ਹੋਵੇ, ਮੇਰੇ ਧਿਆਨ ਦੇ ਵਿੱਚ ਨਾ ਹੋਵੇ। ਤੇ ਜਿੱਦਾਂ ਤੁਸੀਂ ਕਿਹਾ ਕਿ ਨਤੀਜਾ ਕੀ ਨਿਕਲੂਗਾ, ਮੈਂ ਸਮਝਦਾ ਕਿ ਆਸ ਜਿਹੜੀ ਆ ਉਹ ਹੈਗੀ ਆ। ਬਾਕੀ ਫਿਰ ਆਪਣੀ ਮਿਹਨਤ ਦੇ ਉੱਪਰ ਆ ਕਿ ਜਿੰਨੀ ਕੁ ਮਿਹਨਤ ਕਰਾਂਗੇ ਉਨੇ ਕੁ ਰਿਜ਼ਲਟ ਜਿਹੜੇ ਆ ਉਹ ਆਉਣਗੇ ਸਾਹਮਣੇ। ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਪਰਮਜੀਤ ਸਿੰਘ ਜੀ। ਤੁਸੀਂ ਕਾਫੀ ਵਿਸਥਾਰ ਦੇ ਵਿੱਚ ਇਸ ਕਾਨਫਰੰਸ ਤੇ ਜਿਹੜੀ ਚੱਲ ਹੀ ਰਹੀ ਆ ਟੈਕਨੀਕਲੀ ਅੱਜ ਇਸ ਦੀ ਸਮਾਪਤੀ ਆ, ਉਸ ਦੇ ਵਿੱਚ ਤੁਹਾਡੀ ਜਿਹੜੀ ਸ਼ਮੂਲੀਅਤ ਰਹੀ ਜਾਂ ਸਿੱਖ ਕੇਸ ਜਿਹੜਾ ਉਸ ਦੇ ਵਿੱਚ ਰੱਖਿਆ ਉਸ ਦੇ ਉੱਤੇ ਤੁਸੀਂ ਚਾਨਣਾ ਪਾਇਆ। ਅਖੀਰ ਦੇ ਉੱਤੇ ਕੋਈ ਹੋਰ ਟਿੱਪਣੀ ਜੇ ਤੁਸੀਂ ਕਰਨੀ ਚਾਹੁੰਦੇ ਹੋ ਤੇ ਜ਼ਰੂਰ ਕਰਿਓ, ਨਹੀਂ ਫਿਰ ਆਪਾਂ ਅੱਜ ਦੀ ਇਸ ਗੱਲਬਾਤ ਨੂੰ ਇੱਥੇ ਹੀ ਸਮਾਪਤ ਕਰਦੇ। ਟਿੱਪਣੀ ਮੈਂ ਅਖੀਰੀ ਤੌਰ ਦੇ ਉੱਪਰ ਦੁਹਰਾ ਦੇ ਤੌਰ ਦੇ ਉੱਪਰ ਹੀ ਕਹਿ ਸਕਦਾ ਕਿ ਜਿਹੜੇ ਵੀ ਨੌਜਵਾਨ ਚਿੰਤਕ ਜਾਂ ਸਕਾਲਰ ਹੈਗੇ ਨੇ, ਉਹਨਾਂ ਨੂੰ ਸਿੱਖ ਜੈਨੋਸਾਈਡ ਦੀ ਸਟੱਡੀ ਦੇ ਵਿੱਚ ਜਿਨ੍ਹਾਂ ਦੀ ਰੁਚੀ ਹੈਗੀ, ਉਹਨਾਂ ਨੂੰ ਚਾਹੀਦਾ ਹੈ ਕਿ ਆਪਣੇ ਕੰਮ ਨੂੰ ਐਕੈਡੈਮਿਕ ਤੌਰ ਦੇ ਉੱਪਰ ਲਿਆ ਕੇ ਤੇ ਇਹੋ ਜਿਹੇ ਅਦਾਰਿਆਂ ਦੇ ਨਾਲ ਪਹੁੰਚਾਇਆ ਜਾਵੇ ਉਹਨਾਂ ਦੇ ਤੱਕ। ਜੇਕਰ ਕਿਸੇ ਨੂੰ ਹੋਰ ਜਾਣਕਾਰੀ ਚਾਹੀਦੀ ਹੋਵੇ ਇਸ ਸੰਬੰਧ ਦੇ ਵਿੱਚ, ਜਾਂ ਜਿਹੜੇ ਸਾਡੇ ਕੁਝ ਲਿੰਕ ਸਥਾਪਿਤ ਹੋਏ ਆ ਉਹਨਾਂ ਤੋਂ ਕੋਈ ਜਾਣਕਾਰੀ ਆਪਾਂ ਲੈਣੀ ਹੋਵੇ, ਕਿਸੇ ਸਕਾਲਰ ਨੇ ਜਾਂ ਉਹਨਾਂ ਨਾਲ ਤਾਲਮੇਲ ਕਰਨਾ ਹੋਵੇ, ਉਹ ਮੇਰੇ ਨਾਲ ਸੰਪਰਕ ਕਰ ਸਕਦੇ ਆ। ਹਰ ਮੁਕੰਮਲ ਸਹਾਇਤਾ ਮੁਮਕਿਨ ਜਿਹੜੀ ਆ ਉਹ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ। ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਪਰਮਜੀਤ ਸਿੰਘ ਜੀ, ਅੱਜ ਦੀ ਇਸ ਗੱਲਬਾਤ ਦੇ ਵਿੱਚ ਸਮਾਂ ਦੇਣ ਦੇ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਮੀ ਆਵਾਜ਼ ਅਤੇ ਸਿੱਖ ਸਿਆਸਤ ਦੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ। ਇਸ ਗੱਲਬਾਤ ਨੂੰ ਅੱਗੇ ਸਾਂਝੀ ਕਰਨੀ ਨਾ ਭੁੱਲਣਾ, ਅਤੇ ਖਾਸ ਕਰ ਸਿੱਖ ਸਿਆਸਤ ਦੇ ਤੁਸੀਂ ਕੰਟੈਂਟ ਨੂੰ ਥੋੜ੍ਹਾ ਜ਼ਿਆਦਾ ਸ਼ੇਅਰ ਕਰਿਆ ਕਰੋ, ਤਾਂ ਕਿ ਦੁਨੀਆ ਦੇ ਵੱਖ-ਵੱਖ ਖਿੱਤਿਆਂ ਦੇ ਵਿੱਚ ਬੈਠੇ ਲੋਕ ਉਸ ਨੂੰ ਦੇਖ ਸਕਣ। ਕਿਉਂਕਿ ਭਾਰਤ ਦੇ ਵਿੱਚ ਇਸ ਵਕਤ ਸਿੱਖ ਸਿਆਸਤ ਦੇ ਬਹੁਤੇ ਜਿਹੜੇ ਪਲੇਟਫਾਰਮਸ ਨੇ ਉਹ ਬੰਦ ਨੇ, ਭਾਰਤ ਸਰਕਾਰ ਦੇ ਵੱਲੋਂ ਬੈਨ ਕੀਤੇ ਹੋਏ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਹੀ ਦਰਸ਼ਕਾਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।